ਸਰਵਉੱਚ ਪਰਮੇਸ਼ਰ ਸਾਡੇ ਮੁਕਤੀਦਾਤਾ ਸ੍ਰਿਸ਼ਟੀ ਦੇ ਰਚਨਹਾਰ ਪ੍ਰਭੂ ਯੀਸ਼ੂ ਮਸੀਹ ਦੀ ਜੈ ਹੋਵੇ। ਮੈਂ ਡਾਕਟਰ ਜਸਜੀਤ ਸਿੰਘ ਪੰਜਾਬੀ ਕ੍ਰਿਸਚੀਅਨ ਫੈਲੋਸ਼ਿਪ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਬਾਈਬਲ ਸਟੱਡੀ ਉੱਤੇ ਆਪਣਾ 5ਵਾਂ ਟਾਕ ਲੈ ਕੇ ਹਾਜ਼ਰ ਹਾਂ। ਪਿਛਲੀ ਟਾਕ ਦੇ ਵਿੱਚ ਅਸੀਂ ਅਬਰਾਹਿਮ ਦੀ ਲਾਈਫ ਪੜ੍ਹੀ ਸੀ ਅਤੇ ਉਸ ਨੂੰ ਅੱਗੇ ਵਧਾਉਂਦਿਆਂ ਹੋਇਆ ਅੱਜ ਅਬਰਾਹਿਮ ਦੇ ਨਾਲ ਆਈਜ਼ਕ ਜਿਹੜਾ ਕਿ ਉਸ ਦਾ ਪੁੱਤਰ ਸਾਰਾ ਤੋਂ ਪੈਦਾ ਹੋਇਆ ਸੀ ਉਹਦੀ ਗੱਲ ਕਰਾਂਗੇ। ਅਬਰਾਹਿਮ ਦਾ ਪਿਛੋਕੜ ਜੇ ਅਸੀਂ ਦੇਖੀਏ ਤਾਂ ਸਾਨੂੰ ਦਿਖਦਾ ਹੈ ਕਿ ਖੁਦਾਬੰਦ ਖੁਦਾ ਦੀ ਚੁਣਾਵਟ ਬੜੀ ਅਜੀਬ ਹੈ। ਖੁਦਾਬੰਦ ਖੁਦਾ ਕਿਸੇ ਪਵਿੱਤਰ ਲੋਕਾਂ ਨੂੰ ਨਹੀਂ ਲੱਭਦਾ ਫਿਰਦਾ, ਉਹ ਕਿਸੇ ਰਾਈਚਸ ਲੋਕਾਂ ਨੂੰ ਨਹੀਂ ਭਾਲਦਾ, ਪਰ ਉਹ ਮੇਰੇ ਵਰਗੇ ਪਾਪੀਆਂ ਦੀ ਤਲਾਸ਼ ਵਿੱਚ ਹੈ। ਦੁਨੀਆ ਭਰ ਦੇ ਧਰਮ ਆਪਣੇ ਆਪਣੇ ਪਵਿੱਤਰਤਾ ਦੇ ਤਰੀਕੇ ਦੱਸਦੇ ਹਨ। ਕੋਈ ਕਹਿੰਦਾ ਹੈ ਤੁਸੀਂ ਅੰਡਾ ਨਾ ਖਾਓ, ਕੋਈ ਕਹਿੰਦਾ ਹੈ ਤੁਸੀਂ ਬਾਬੇ ਤੋਂ ਨਾਮ ਲੈ ਲਓ, ਅਤੇ ਕਈ ਬਾਬਿਆਂ ਤੋਂ ਮੂਲੀਆਂ ਲੈ ਕੇ ਖਾਂਦੇ ਹਨ। ਇਸ ਤਰ੍ਹਾਂ ਦੇ ਦੁਨੀਆ ਭਰ ਦੇ ਪਖੰਡ, ਇਹ ਮੂਰਤੀ ਪੂਜਕਾਂ ਦੇ ਪਖੰਡ, ਇਸ ਤੋਂ ਇਲਾਵਾ ਹੋਰ ਤਰ੍ਹਾਂ ਦੇ ਬਪਤਿਸਮੇ ਦੇ ਤਰੀਕੇ ਕਿ ਆਦਮੀ ਆਪਣੇ ਆਪ ਨੂੰ ਰਾਈਚਸ ਕਰ ਸਕੇ। ਕੀ ਖੁਦਾਬੰਦ ਖੁਦਾ, ਕੀ ਪਰਮੇਸ਼ਰ ਤੁਹਾਡੀ ਰਾਈਚਸਨੈਸ ਦੇਖਦਾ ਹੈ? ਕੀ ਉਹ ਤੁਹਾਡੀ ਪਵਿੱਤਰਤਾ ਨੂੰ ਭਾਲਦਾ ਹੈ? ਜੇਕਰ ਤੁਸੀਂ ਪਵਿੱਤਰ ਹੁੰਦੇ ਤਾਂ ਪਰਮੇਸ਼ਰ ਤੋਂ ਤੁਹਾਡਾ ਵਿਛੋੜਾ ਨਾ ਹੁੰਦਾ ਅਤੇ ਤੁਸੀਂ ਕਿਸੇ ਵੀ ਆਪਣੇ ਤਰੀਕਿਆਂ ਦੇ ਨਾਲ ਪਵਿੱਤਰ ਹੋ ਕੇ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਕਰ ਸਕਦੇ। ਕੋਈ ਵੀ ਤਰੀਕਾ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰਕੇ ਪਰਮੇਸ਼ਰ ਦੇ ਨਾਲ ਮਿਲਾਪ ਕਰ ਸਕੋ। ਜਿਵੇਂ ਅਸੀਂ ਗੁਰੂ ਰਵਿਦਾਸ ਦੀ ਬਾਣੀ ਪੜ੍ਹਦੇ ਹਾਂ, ਮਿਰਗ ਮੀਨ ਪੈਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇਹਨਾਂ ਸਾਰੇ ਪੰਜਾਂ ਪ੍ਰਾਣੀਆਂ ਦੇ ਵਿੱਚ ਇੱਕ ਇੱਕ ਦੋਖ ਹੈ ਜਿਸ ਕਰਕੇ ਉਹਨਾਂ ਦਾ ਨਾਸ਼ ਹੋ ਜਾਂਦਾ। 5 ਰੋਗ ਆਸਾਦ ਜਾਮੈ, ਰਵਿਦਾਸ ਜੀ ਕਹਿੰਦੇ ਹਨ ਕਿ 5 ਰੋਗ ਆਸਾਦ ਜਾਮੈ ਤਾਂ ਕਿ ਕੇਤਕ ਆਸ, ਕਿ ਜਿਸ ਦੇ ਵਿੱਚ ਆਦਮੀ ਦੇ ਵਿੱਚ ਸਾਡੇ ਵਿੱਚ 5 ਦੇ 5 ਰੋਗ ਹਨ, ਉਹਦੀ ਕੀ ਆਸ ਹੋ ਸਕਦੀ ਹੈ? ਆਓ ਅਬਰਾਹਿਮ ਦੀ ਲਾਈਫ ਨੂੰ, ਮੁੱਢਲੀ ਲਾਈਫ ਨੂੰ ਦੇਖੀਏ ਕਿ ਖੁਦਾਬੰਦ ਖੁਦਾ ਨੇ ਕੀ ਉਹਨੂੰ ਪਵਿੱਤਰ ਸਮਝ ਕੇ ਆਪਣੇ ਨਾਲ ਜੋੜਿਆ ਸੀ। ਕਿ ਖੁਦਾਬੰਦ ਖੁਦਾ ਨੇ ਉਹਨੂੰ ਇੰਨੀਆਂ ਬਖਸ਼ਾਂ ਦੇਣ ਦੇ ਲਈ ਇੱਕ ਰਾਈਚਸ ਬੰਦੇ ਦੀ ਭਾਲ ਕੀਤੀ ਸੀ? ਨਹੀਂ। ਜਦੋਂ ਅਸੀਂ ਅਬਰਾਹਿਮ ਦੀ ਮੁੱਢਲੀ ਲਾਈਫ ਦੇਖਦੇ ਹਾਂ, ਅਬਰਾਹਿਮ ਹਾਰਾਨ ਦਾ ਰਹਿਣ ਵਾਲਾ ਸੀ ਅਤੇ ਉਹ ਪੂਰਾ ਉੱਥੋਂ ਦਾ ਕਲਚਰ, ਉਸ ਵੇਲੇ ਦਾ ਕਲਚਰ ਮੂਰਤੀ ਪੂਜਕ ਕਲਚਰ ਸੀ। ਉਹਨਾਂ ਦੇ ਨਾਲ ਅਬਰਾਹਿਮ ਵੀ ਮੂਰਤੀ ਪੂਜਕ ਸੀ। ਇਹ ਹੋ ਨਹੀਂ ਸਕਦਾ ਕਿ ਅਬਰਾਹਿਮ ਉਸ ਕਲਚਰ ਤੋਂ ਅਲੱਗ ਹੋਵੇ ਅਤੇ ਮੂਰਤੀਆਂ ਦੀ ਪੂਜਾ ਨਾ ਕਰਦਾ ਹੋਵੇ। ਉਹ ਵੀ ਮੂਰਤੀ ਪੂਜਕ ਸੀ ਅਤੇ ਉਸ ਕਲਚਰ ਦੇ ਵਿੱਚ ਮਨੁੱਖਾਂ ਦੀਆਂ, ਆਦਮੀਆਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ ਸਨ। ਔਰ ਉਸ ਦੇ ਵਿੱਚ ਅਬਰਾਹਿਮ ਜ਼ਰੂਰ ਸ਼ਰੀਕ ਹੁੰਦਾ ਹੋਵੇਗਾ, ਕਿਉਂਕਿ ਉਹ ਜਦੋਂ ਚੁਣਾਵਟ ਹੋਈ ਉਹ 75 ਵਰ੍ਹਿਆਂ ਦਾ ਸੀ। 75 ਵਰ੍ਹਿਆਂ ਦਾ ਇੱਕ ਆਦਮੀ ਬੁਢਾਪੇ ਵਿੱਚ ਹੁੰਦਾ ਹੈ ਅਤੇ ਉਹਨੇ ਆਪਣੇ ਲਾਈਫ ਦੇ ਵਿੱਚ ਜ਼ਰੂਰ ਬੜੀਆਂ ਵੀ ਦਿੱਤੀਆਂ ਹੋਣਗੀਆਂ, ਜ਼ਰੂਰ ਮੂਰਤੀ ਪੂਜਾ ਵੀ ਕੀਤੀ ਹੋਏਗੀ ਅਤੇ ਉਹ ਉਸੇ ਕਲਚਰ ਦਾ ਆਦੀ ਹੋਇਆ ਹੋਇਆ ਸੀ। ਪਰਮੇਸ਼ਰ ਨੇ ਉਸ ਨੂੰ ਉਹਨਾਂ ਪਾਪਾਂ ਤੋਂ ਅਲੱਗ ਕੀਤਾ। ਪਰਮੇਸ਼ਰ ਨੇ ਉਸ ਕਲਚਰ ਦੇ ਵਿੱਚੋਂ, ਪਾਪੀ ਕਲਚਰ ਦੇ ਵਿੱਚੋਂ, ਪਰਮੇਸ਼ਰ ਨੇ ਮੂਰਤੀ ਪੂਜਕਾਂ ਦੇ ਵਿੱਚੋਂ, ਪਰਮੇਸ਼ਰ ਨੇ ਮਨੁੱਖਾਂ ਦੀਆਂ ਬਲੀਆਂ ਦੇਣ ਵਾਲੇ ਕਲਚਰ ਦੇ ਵਿੱਚੋਂ ਅਬਰਾਹਿਮ ਨੂੰ ਚੁਣਿਆ ਅਤੇ ਉਹਨੂੰ ਸੈਪਰੇਟ ਕੀਤਾ ਉਸ ਕਲਚਰ ਤੋਂ। ਉਹਨੂੰ ਕਿਹਾ ਕਿ ਤੂੰ ਆਪਣੇ ਘਰ-ਬਾਰ ਨੂੰ, ਆਪਣੇ ਸਾਕਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਤਿਆਗ ਕੇ ਮੈਂ ਜਿਸ ਜਗ੍ਹਾ ਤੇ ਤੈਨੂੰ ਭੇਜਾਂਗਾ ਤੂੰ ਉਸ ਜਗ੍ਹਾ ਤੇ ਚਲਾ ਜਾ। ਔਰ ਉਸ ਤੋਂ ਬਾਅਦ ਪਰਮੇਸ਼ਰ ਨੇ ਉਹਨੂੰ ਇੰਨੀਆਂ ਬਖਸ਼ਾਂ ਦਿੱਤੀਆਂ ਜਿਹਦਾ ਕਿ ਕੋਈ ਅੰਤ ਨਹੀਂ, ਔਰ ਧਰਤੀ ਦੇ ਸਾਰੇ ਲੋਕੀ ਉਹਦੇ ਰਾਹੀਂ ਬਖਸ਼ਾਂ ਦਿੱਤੇ ਗਏ। ਪਰਮੇਸ਼ਰ ਨੇ ਵਾਅਦਾ ਕੀਤਾ ਕਿ ਤੇਰੇ ਰਾਹੀਂ तमाम ਲੋਕਾਂ ਨੂੰ ਬਖਸ਼ਾਂ ਦਿੱਤੀਆਂ ਜਾਣਗੀਆਂ। ਉਹਨੂੰ
परमेश्वर दा खुदा दा वायदा सी कि तेरियां संतानां ਜਿਹੜੀਆਂ ਉਹ ਆਕਾਸ਼ ਦੇ ਤਾਰਿਆਂ ਦੀ ਤਰ੍ਹਾਂ ਹੋਣਗੀਆਂ, ਧਰਤੀ ਉੱਤੇ ਰੇਤ ਦੇ ਕਣਾਂ ਦੀ ਤਰ੍ਹਾਂ ਹੋਣਗੀਆਂ, ਉਹ ਗਿਣੀਆਂ ਨਹੀਂ ਜਾਣਗੀਆਂ। ਇਸੇ ਤਰ੍ਹਾਂ ਅੱਜ ਅਸੀਂ ਦੇਖਦੇ ਹਾਂ ਕਿ ਅਬਰਾਹਮ ਦੀਆਂ ਔਲਾਦਾਂ, ਜਿਹੜਾ ਕਿ ਹਾਜਰਾ ਤੋਂ ਇਸ਼ਮਾਇਲ ਪੈਦਾ ਹੋਇਆ ਸੀ, ਉਹ ਤੋਂ ਇਸਲਾਮ ਸਾਰਾ ਅਬਰਾਹਿਮ ਦੀ ਔਲਾਦ ਹੈ। ਉਸ ਦੇ ਦੂਜੇ ਪਾਸੇ ਉਸ ਦੀ ਪਤਨੀ ਸਾਰਾ ਤੋਂ ਆਇਜ਼ਕ ਪੈਦਾ ਹੋਇਆ ਸੀ, ਅਤੇ ਆਇਜ਼ਕ ਤੋਂ तमाम यहूदी क्रिश्चियन ये तमाम पॉपुलेशन है जेडी के वर्ल्ड दा अद्धे तो ज्यादा हिस्सा है, कोई 65% हिस्सा अब्राहिम ਦੀਆਂ औलादां इस धरती ते ਹਨ। ਅਤੇ ਹਾਲੇ ਅੰਤ ਸਮਾਂ ਨਹੀਂ ਆਇਆ। ਪਰਮੇਸ਼ਰ ਦਾ ਫੈਲਾਓ, ਪਰਮੇਸ਼ਰ ਦੇ ਰਾਜ ਦਾ ਫੈਲਾਓ ਕਰਨ ਵਾਸਤੇ ਮੇਰੇ ਜਿਹੇ ਬਹੁਤ ਸਾਰੇ ਪ੍ਰਚਾਰਕ ਲੱਗੇ ਹੋਏ ਹਨ, ਅਤੇ ਸਮਾਂ ਆਉਣ ਤੱਕ ਇਹ ਪੂਰੀ ਧਰਤੀ ਦੇ ਲੋਕ परमेश्वर दे हवाले होंगे, क्योंकि बाइबल दसदी है कि हर घुटना झुकेगा, उसके अगे हर घुटना झुकेगा, अते हर रूह, हर आत्मा ये यकीन करेगी कि परमेश्वर यीशु मसीह है। ये पवित्र आत्मा दी टेस्टिमनी है, अते पवित्र आत्मा साडे वर्गे लोकां नूं अपने बच्चियां नूं प्रचार करन दे उत्ते लगाया होया है। की ਅਸੀਂ ਪ੍ਰਚਾਰ ਕਰਦੇ ਹਾਂ? ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ। ਖੁਸ਼ਖਬਰੀ ਕੀ ਹੈ? ਮਸੀਹ ਨੇ ਕਿਹਾ ਕਿ ਜਿਹੜਾ ਉਸ ਉੱਤੇ ਯਕੀਨ ਲਿਆਏਗਾ, ਕਿਉਂਕਿ ਮਸੀਹ ਨੇ ਮੇਰੇ ਤੁਹਾਡੇ ਸਾਰੇ ਪਾਪਾਂ ਦਾ ਕਰਜ਼ਾ ਅਦਾ ਕੀਤਾ, ਸਾਨੂੰ ਮੁਰਦਿਆਂ ਨੂੰ, ਰੂਹਾਨੀਅਤ ਮੁਰਦਿਆਂ ਨੂੰ ਸਾਨੂੰ ਉਹਨੇ ਇੱਕ ਨਵਾਂ ਜੀਵਨ ਦਿੱਤਾ, ਜਿਹੜਾ ਕਿ ਅਨੰਤ ਕਾਲ ਦੇ ਲਈ ਉਹਦੇ ਰਾਜ ਦੇ ਵਿੱਚ, ਸੁਰਗ ਰਾਜ ਦੇ ਵਿੱਚ, ਬੇਗਮਪੁਰਾ ਦੇ ਵਿੱਚ ਅਸੀਂ ਕੱਟਾਂਗੇ। ਉਸ ਦੇ ਵਾਸਤੇ ਖੁਸ਼ਖਬਰੀ ਕੀ ਹੈ ਕਿ ਜਿਹੜਾ ਉਸ ਉੱਤੇ ਵਿਸ਼ਵਾਸ ਕਰੇਗਾ, ਜਿਹੜਾ ਉਸ ਉੱਤੇ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਏਗਾ, ਅਤੇ ਜਿਹੜਾ ਵਿਸ਼ਵਾਸ ਨਹੀਂ ਕਰੇਗਾ ਉਸ ਉੱਤੇ ਸਜ਼ਾ ਦਾ ਹੁਕਮ ਹੈ। ਸਜ਼ਾ ਕੀ ਹੈ? ਨਰਕ ਦੀ ਭੱਖ ਦੀ ਅੱਗ ਦੀ ਭੱਠੀ ਦੇ ਵਿੱਚ, ਗੰਧਕ ਦੀ ਭੱਠੀ ਦੇ ਵਿੱਚ ਸੁੱਟਿਆ ਜਾਣਾ। ਅਤੇ ਜਿਹੜੇ ਯਕੀਨ ਕਰਨਗੇ ਪਰਮੇਸ਼ਰ ਦੇ ਉੱਤੇ, ਉਹ ਪਰਮੇਸ਼ਰ ਦੇ ਰਾਜ ਵਿੱਚ ਸਦਾ ਰਹਿਣਗੇ। ਫੈਸਲਾ ਤੁਹਾਡਾ ਹੈ। ਤੁਸੀਂ ਉਦੋਂ ਤੱਕ ਫੈਸਲਾ ਕਰ ਸਕਦੇ ਹੋ ਜਦੋਂ ਤੱਕ ਤੁਹਾਡਾ ਆਖਰੀ ਸਾਹ ਨਹੀਂ ਆਉਂਦਾ। ਜਿਸ ਦਿਨ ਤੁਹਾਡਾ ਆਖਰੀ ਸਾਹ ਆ ਗਿਆ, ਤੁਹਾਡੇ ਕੋਲੋਂ ਇਹ ਚੁਣਾਵਟ ਦਾ ਮੌਕਾ ਨਿਕਲ ਗਿਆ, ਕਿਉਂਕਿ ਉਸ ਤੋਂ ਬਾਅਦ ਫਿਰ ਤੁਸੀਂ ਸਿਰਫ ਜੱਜਮੈਂਟ ਦੇ ਸਮੇਂ ਪਰਮੇਸ਼ਰ ਦੇ ਅੱਗੇ ਪੇਸ਼ ਹੋਣਾ ਹੈ, ਅਤੇ ਜੱਜਮੈਂਟ परमेश्वर प्रभु यीशु मसीह दे हाथ विच है। अते उस तो इलावा कोई होर खुदा नहीं, उस तो इलावा कोई होर जजमेंट करने वाला खुदा नहीं। वो रहमतां दा दाता है, अते तुसी अपने राइचियसनेस दे नाल तुसी उहदे कोल कदे नहीं पहुंच सकते, केवल उहदे रहमां दे नाल। क्योंकि मसीहत दसदी है कि खुदाबंद खुदा ने इन्ना सानू प्यार किया कि परमेश्वर ने अपने इकलौते पुत्र नू सूली उत्ते चढ़ा के उहदे लहू राहीं सानू अपने नाल जोड़िया। उन्हें अपनी बलि दे के सानू अपने नाल जोड़िया। इस तो अगे असी पढ़ते हैं कि परमेश्वर की चुनावट का तरीका की है। परमेश्वर किवें चुनावट करता है कि जिवें मैं किया कि ਉਹ ਰਾਈਜਸ ਲੋਕਾਂ ਨੂੰ ਭਾਲਦਾ ਹੈ, ਜਾਂ ਮੇਰੇ ਜਿਹੇ ਪਾਪੀਆਂ ਦੇ ਲਈ ਉਹਦੇ ਘਰ ਦੇ ਵਿੱਚ ਕੋਈ ਜਗ੍ਹਾ ਹੈ। ਆਓ ਅਸੀਂ ਦੇਖੀਏ, ਜਦੋਂ ਅਸੀਂ ਪਰਮੇਸ਼ਰ ਦਾ ਅਰਥ ਸ਼ਾਸਤਰ ਦੇਖਦੇ ਹਾਂ, ਪਰਮੇਸ਼ਰ ਦੀ ਚੁਣਾਵਟ ਦਾ ਅਰਥ ਸ਼ਾਸਤਰ, ਜਦੋਂ ਲੂਕਾ ਦੀ ਅੰਜੀਲ ਅਧਿਆਇ 7 ਦੀ ਵਰਸ 37 ਤੋਂ 50 ਤੱਕ ਪੜ੍ਹਦੇ ਹਾਂ ਕਿ ਇੱਕ ਪਾਪਣ ਧੀਵੀਂ ਇੱਕ ਸ਼ੀਸ਼ੀ ਵਿੱਚ ਅਤਰ ਲੈ ਕੇ ਆਈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਯੀਸ਼ੂ ਮਸੀਹ ਸ਼ਮਯੋਨ ਦੇ ਘਰ, ਜਿਹੜਾ ਕਿ ਪਹਿਲੋਂ ਕੋਹੜੀ ਹੁੰਦਾ ਸੀ, ਸ਼ਮਯੋਨ ਦੇ ਘਰ ਜਿਹੜਾ ਕਿ ਪਹਿਲੋਂ ਕੋਹੜੀ ਹੁੰਦਾ ਸੀ, ਯੀਸ਼ੂ ਮਸੀਹ ਦੁਆਰਾ ਠੀਕ ਕੀਤਾ ਗਿਆ ਸੀ, ਉਸ ਦੇ ਘਰ ਖਾਣਾ ਖਾਣ ਵਾਸਤੇ ਬੈਠਿਆ। ਉਸ ਵੇਲੇ ਇੱਕ ਔਰਤ, ਇੱਕ ਧੀਵੀਂ ਇੱਕ ਸ਼ੀਸ਼ੀ ਦੇ ਵਿੱਚ ਅਤਰ ਲੈ ਕੇ ਆਈ। ਅਤਰ बहुत खुशबूदार अतर लेके आई, अते उसदे कोल खड़ी होके रोंदी रही। वो रोंदी रही, परमेश्वर दे कोल खड़ी होके रोंदी रही, ओदे चरनां च डिग पई, अते उसने
ਪਰਮੇਸ਼ਰ ਦੇ ਚਰਨਾਂ ਨੂੰ, ਯੀਸ਼ੂ ਮਸੀਹ ਦੇ ਚਰਨਾਂ ਨੂੰ ਆਪਣੇ ਆਂਸੂਆਂ ਦੇ ਨਾਲ ਧੋਇਆ। ਆਪਣੇ ਹੰਝੂ ਜਿਹੜੇ ਆ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚਰਨਾਂ ਨੂੰ ਉਹਨੇ ਆਪਣੇ ਹੰਝੂਆਂ ਦੇ ਨਾਲ ਧੋਇਆ। ਅਤੇ ਉਸ ਤੋਂ ਬਾਅਦ ਉਹਨੇ ਆਪਣੇ ਸਿਰ ਦੇ ਵਾਲਾਂ ਦੇ ਨਾਲ, ਆਪਣੇ ਸਿਰ ਦੇ ਵਾਲਾਂ ਦਾ ਤੌਲੀਆ ਬਣਾ ਕੇ ਉਹਦੇ ਚਰਨਾਂ ਨੂੰ, ਉਹਦੇ ਪੈਰਾਂ ਨੂੰ ਸਾਫ਼ ਕੀਤਾ। ਉਹ ਜਿਹੜੇ ਉਹਦੇ ਅਥਰੂ ਗਿਰੇ ਉਹਦੇ ਚਰਨਾਂ ਦੇ ਵਿੱਚ, ਉਹਦੇ ਨਾਲ ਉਹਨੂੰ ਸਾਫ਼ ਕੀਤਾ। ਉਹਦੇ ਪੈਰਾਂ ਉੱਤੇ ਉਸਨੇ ਅਤਰ ਦੀ ਸ਼ੀਸ਼ੀ ਤੋੜ ਕੇ ਉਹਨੂੰ ਅਤਰ ਮਲਿਆ। ਅਤੇ ਜਿਹੜੇ ਫਾਰਸੀ ਸੀ, ਜਿਹੜਾ ਸ਼ਮਯੋਨ ਸੀ ਜਿਹਦੇ ਘਰ ਪਰਮੇਸ਼ਰ ਖਾਣਾ ਖਾਣ ਗਏ ਸੀ, ਸ਼ਮਯੋਨ ਜਿਹੜਾ ਕਿ ਬਖਸ਼ਿਆ ਗਿਆ ਸੀ, ਉਹ ਸੋਚਦਾ ਮਨ ਦੇ ਵਿੱਚ ਕਿ ਜੇਕਰ ਇਹ ਨਬੀ ਹੁੰਦਾ, ਜੇਕਰ ਯੀਸ਼ੂ ਮਸੀਹ ਨਬੀ ਹੁੰਦਾ, ਇਹ ਇਸ ਔਰਤ ਨੂੰ ਜਾਣਦਾ ਕਿ ਇਹ ਔਰਤ ਕਿਹੋ ਜਿਹੀ ਹੈ। ਪਰਮੇਸ਼ਰ ਜਾਣੀ ਜਾਣ ਹੈ। ਪਰਮੇਸ਼ਰ ਨੇ ਉਹਦੀ ਇੱਕ ਇੱਕ ਗੱਲ ਨੂੰ ਸਮਝ ਕੇ ਉਸ ਨੂੰ ਕਿਹਾ, ਪਰਮੇਸ਼ਰ ਨੇ ਸ਼ਮਯੋਨ ਨੂੰ ਕਿਹਾ ਕਿ ਸ਼ਮਯੋਨ, ਉਹ ਕਹਿੰਦਾ ਹਜ਼ੂਰ ਹਾਜ਼ਰ ਹਾਂ। ਪਰਮੇਸ਼ਰ ਦੇ ਅੱਗੇ ਕਿਹੜਾ ਹਾਜ਼ਰ ਨਹੀਂ ਹੁੰਦਾ ਕਿ ਹਜ਼ੂਰ ਹਾਜ਼ਰ ਹੈ। ਔਰ ਪਰਮੇਸ਼ਰ ਨੇ ਉਹਨੂੰ ਇੱਕ ਕਹਾਣੀ ਸੁਣਾਈ ਕਿ ਇੱਕ ਸ਼ਾਹੂਕਾਰ ਸੀ, ਉਸਦੇ ਦੋ ਕਰਜ਼ਦਾਰ ਸਨ। ਇੱਕ ਉੱਤੇ 500 ਰੁਪਏ ਦਾ ਕਰਜ਼ਾ ਸੀ ਅਤੇ ਦੂਜੇ ਉੱਤੇ 50 ਰੁਪਈਆਂ ਦਾ ਕਰਜ਼ਾ ਸੀ। ਉਹ ਦੋਨੋਂ ਹੀ ਕਰਜ਼ਾ ਅਦਾ ਕਰਨ ਦੇ ਕਾਬਿਲ ਨਹੀਂ ਸੀ। ਉਸ ਸ਼ਾਹੂਕਾਰ ਨੇ ਉਹਨਾਂ ਦੋਨਾਂ ਦਾ ਕਰਜ਼ਾ ਮਾਫ ਕਰ ਦਿੱਤਾ। ਕਿਹੜਾ ਉਹਨੂੰ ਜ਼ਿਆਦਾ ਪਿਆਰ ਕਰੇਗਾ? ਸ਼ਮਯੋਨ ਨੇ ਕਿਹਾ ਕਿ ਉਹ ਜਿਹਨੂੰ ਜ਼ਿਆਦਾ ਮਾਫ ਕੀਤਾ ਗਿਆ। ਯੀਸ਼ੂ ਮਸੀਹ ਨੇ ਕਿਹਾ ਕਿ ਤੂੰ ਠੀਕ ਕਹਿ ਰਿਹਾ ਹੈ। ਇਸ ਔਰਤ ਨੇ, ਜਦੋਂ ਦਾ ਤੂੰ ਦੇਖਦਾ ਹੈ, ਇਹ ਕਿ ਤੂੰ ਠੀਕ ਕਹਿੰਦਾ ਕਿ ਇਸ ਔਰਤ ਦਾ ਕਰਜ਼ਾ ਜ਼ਿਆਦਾ ਮਾਫ ਹੋ ਗਿਆ। ਜਿਸ ਔਰਤ ਨੂੰ ਤੂੰ ਦੇਖਦਾ ਹੈ, ਇਹ ਤੇਰੇ ਘਰ, ਜਦੋਂ ਦਾ ਮੈਂ ਤੇਰੇ ਘਰ ਆਇਆ, ਇਹ ਮੇਰੇ ਪੈਰਾਂ ਨੂੰ ਧੋ ਰਹੀ ਹੈ ਆਪਣੇ ਹੰਝੂਆਂ ਦੇ ਨਾਲ। ਇਹ ਮੇਰੇ ਪੈਰਾਂ ਨੂੰ ਹੰਝੂਆਂ ਦੇ ਨਾਲ ਧੋ ਰਹੀ ਹੈ, ਔਰ ਤੂੰ ਮੈਨੂੰ ਪੈਰਾਂ ਨੂੰ ਧੋਣ ਦੇ ਲਈ ਪਾਣੀ ਨਹੀਂ ਦਿੱਤਾ। ਕਰਜ਼ਾ ਕਿਹਦਾ ਮਾਫ ਹੋਇਆ? ਜਿਹਨੇ ਆਪਣੇ ਹੰਝੂਆਂ ਦੇ ਨਾਲ ਪੈਰਾਂ ਨੂੰ ਧੋਤਾ। ਔਰ ਦੂਜੇ ਪਾਸੇ ਸ਼ਮਯੋਨ, ਜਿਹੜਾ ਕਿ ਆਪਣੇ ਆਪ ਨੂੰ ਰਾਈਸ਼ੀਅਸ ਮੰਨਦਾ, ਜਿਹੜਾ ਕਿ ਫਰੀਸੀ ਹੈ, ਜਿਹੜਾ ਸਮਝਦਾ ਕਿ ਮੈਂ ਤਾਂ ਪਵਿੱਤਰ ਹਾਂ, ਉਹ ਤੁਹਾਡੇ ਵਰਗਾ ਬਾਬਿਆਂ ਤੋਂ ਨਾਮ ਲੈਣ ਵਾਲਾ, ਉਹ ਫਰੀਸੀ ਜਿਹੜੇ ਸ਼ਰ੍ਹਾਂ ਨੂੰ ਪਾਲਣਾ ਕਰਨ ਵਾਲੇ, ਉਹ ਸਮਝਦਾ ਕਿ ਮੈਂ ਤਾਂ ਪਵਿੱਤਰ ਹਾਂ। ਉਹਨੇ ਯੀਸ਼ੂ ਮਸੀਹ ਦੇ ਪੈਰ ਧੋਣ ਦੇ ਲਈ ਪਾਣੀ ਤੱਕ ਨਹੀਂ ਦਿੱਤਾ। ਉਸ ਤੋਂ ਬਾਅਦ ਇਸ ਔਰਤ ਨੇ ਮੇਰੇ ਪੈਰਾਂ ਨੂੰ ਉਦੋਂ ਦਾ ਲਗਾਤਾਰ ਚੁੰਮਿਆ, ਜਦ ਕਿ ਤੂੰ ਮੈਨੂੰ ਚੁੰਮਣ ਨਹੀਂ ਦਿੱਤਾ। ਤੂੰ ਮੈਨੂੰ ਪਿਆਰ ਆਪਣਾ ਨਹੀਂ ਦਿਖਾਇਆ। ਆਪਣਾ ਪਿਆਰ ਚੁੰਮਣ ਨਾਲ ਤੂੰ ਮੈਨੂੰ ਨਹੀਂ ਦਿਖਾਇਆ। ਇਸ ਔਰਤ ਨੇ ਮੈਨੂੰ ਇੰਨਾ ਪਿਆਰ ਕੀਤਾ ਕਿ ਜਦੋਂ ਦਾ ਮੈਂ ਆਇਆ, ਇਹ ਮੇਰੇ ਪੈਰਾਂ ਨੂੰ ਲਗਾਤਾਰ ਚੁੰਮ ਰਹੀ ਹੈ। ਅਤੇ ਤੀਸਰੀ ਗੱਲ, ਤੂੰ ਮੇਰੇ ਸਿਰ ਦੇ ਉੱਤੇ ਤੇਲ ਨਹੀਂ ਮਲਿਆ। ਤੂੰ ਮੇਰੇ ਸਿਰ ਦੇ ਉੱਤੇ ਤੇਲ ਨਹੀਂ ਮਲਿਆ, ਲੇਕਿਨ ਇਸ ਔਰਤ ਨੇ ਇੱਕ ਮਹਿੰਗਾ ਅਤਰ ਮੇਰੇ ਪੈਰਾਂ ਤੇ ਮਲਿਆ। ਇਸ ਔਰਤ ਨੇ, ਜਿਹਨੂੰ ਤੂੰ ਪਾਪਣ ਸਮਝਦਾ ਹੈ, ਜਿਹਨੂੰ ਤੂੰ ਇੱਕ ਘਟੀਆ ਔਰਤ ਸਮਝਦਾ ਹੈ, ਜਿਹਨੂੰ ਬਦਕਾਰ ਸਮਝਦਾ ਹੈ, ਉਸਨੇ ਅਤਰ ਮੇਰੇ ਪੈਰਾਂ ਦੇ ਉੱਤੇ ਮਲਿਆ। ਇਸ ਦੇ ਸਾਰੇ ਗੁਨਾਹ ਮਾਫ ਹੋ ਗਏ। ਇਸ ਔਰਤ ਦੇ ਸਾਰੇ ਗੁਨਾਹ ਮਾਫ ਹੋ ਗਏ, ਕਿਉਂਕਿ ਇਹਨੇ ਮੈਨੂੰ ਇੰਨਾ ਪਿਆਰ ਕੀਤਾ। ਇਸੇ ਤਰ੍ਹਾਂ ਯੀਸ਼ੂ ਮਸੀਹ ਕਿਹਨਾਂ ਵਾਸਤੇ ਆਇਆ? ਯੀਸ਼ੂ ਮਸੀਹ ਨੇ ਮਤੀ ਦੀ ਅੰਜੀਲ 11:28 ਵਿੱਚ ਕਿਹਾ, ਹੇ ਥੱਕੇ ਹਾਰੇ ਅਤੇ ਬੋਝ ਹੇਠ ਦੱਬੇ ਹੋਏ ਲੋਕੋ, ਹੇ ਥੱਕੇ ਹਾਰੇ ਅਤੇ ਬੋਝ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਜਦੋਂ ਅਸੀਂ ਮਤੀ ਦੀ ਅੰਜੀਲ ਪੜ੍ਹਦੇ ਹਾਂ 11:28 ਕਿ ਹੇ ਥਕੇ ਹਾਰੇ ਅਤੇ ਬੋਝ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਇਹ ਉਹ तमाम ਉਹਨਾਂ ਲੋਕਾਂ ਦੇ ਲਈ ਸੁਨੇਹਾ ਹੈ ਜਿਹੜੇ ਕਿ ਸਮਾਜਿਕ ਛੋਟਾ ਹੋਣੇ ਕਰਕੇ ਬੋਝ ਹੇਠ ਦੱਬੇ ਹੋਏ ਆ, ਜਿਵੇਂ ਕਿ ਅਨਟਚੇਬਲਸ ਇੰਡੀਆ ਦੇ ਵਿੱਚ, ਭਾਰਤ ਦੀ ਧਰਤੀ ਦੇ ਵਿੱਚ ਅਛੂਤ ਔਰ ਅਤੀ ਅਛੂਤ, ਇੱਥੇ ਰੰਗ ਦਾ ਭੇਦਭਾਵ, ਗੋਰੇ ਜਾਂ ਕਾਲੇ, ਇਹ ਸਾਰੇ ਦੇ ਸਾਰੇ ਜਿਨ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ, ਉਹ ਸਾਰੇ ਬੋਝ ਹੇਠ ਦੱਬੇ ਹੋਏ ਲੋਕ ਹਨ। ਉਸ ਤੋਂ ਇਲਾਵਾ तमाम ਮਨੁੱਖਾਂ ਦੀ ਆਬਾਦੀ
ਪਾਪ ਦੇ ਬੋਝ ਥੱਲੇ ਦੱਬੀ ਹੋਈ ਹੈ। ਕਿਉਂਕਿ ਜਦੋਂ ਅਦਨ ਦੇ ਬਾਗ ਦੇ ਵਿੱਚ ਸਾਡੇ ਮੁੱਢਲੇ ਮਾਪਿਆਂ ਨੇ ਪਾਪ ਕੀਤਾ, ਜਦੋਂ ਅਦਨ ਦੇ ਬਾਗ ਵਿੱਚ ਸਾਡੇ ਮੁੱਢਲੇ ਮਾਪਿਆਂ ਨੇ ਪਾਪ ਕੀਤਾ, ਉਸ ਦੇ ਉੱਤੇ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਬਲੱਡ ਉੱਤੇ ਸ਼ਰਾਪ ਹੈ, ਜਿਸ ਤੋਂ तमाम ਬੱਚੇ ਪੈਦਾ ਹੁੰਦੇ ਹਨ। तमाम ਬੱਚੇ ਆਦਮ ਦੀ ਔਲਾਦ ਪੈਦਾ ਹੁੰਦੇ ਹਨ, ਯੀਸ਼ੂ ਦੀ ਔਲਾਦ ਪੈਦਾ ਨਹੀਂ ਹੁੰਦੇ। ਉਹਨਾਂ ਦੇ ਲਈ ਕਿਹੜਾ ਤਰੀਕਾ ਹੈ ਪਰਮੇਸ਼ਰ ਦੇ ਰਾਜ ਵਿੱਚ ਵੜਨ ਦਾ? ਕਿਉਂਕਿ ਆਦਮ ਪਰਮੇਸ਼ਰ ਦੇ ਰਾਜ ਵਿੱਚੋਂ ਕੱਢਿਆ ਗਿਆ ਸੀ ਅਤੇ ਤੁਸੀਂ ਵੀ ਉਹਦੇ ਨਾਲ ਕੱਢੇ ਗਏ ਹੋ। ਤੁਹਾਡਾ ਕੋਈ ਤਰੀਕਾ ਨਹੀਂ ਕਿ ਤੁਸੀਂ ਉਹਦੇ ਰਾਜ ਦੇ ਵਿੱਚ ਆਪਣੇ ਤਰੀਕਾਂ ਦੇ ਨਾਲ, ਆਪਣੀਆਂ ਸੋਚਾਂ ਦੇ ਰਾਹੀਂ ਉਸ ਦੇ ਰਾਜ ਦੇ ਵਿੱਚ ਵੜ ਸਕੋ। ਨਿਕੋਦੀਮਸ ਨੂੰ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜਦ ਤੱਕ ਤੂੰ ਪਾਣੀ ਅਤੇ ਆਤਮਾ ਤੋਂ ਜਨਮ ਨਹੀਂ ਲੈਂਦਾ, ਜਦ ਤੱਕ ਤੂੰ ਪਾਣੀ ਅਤੇ ਆਤਮਾ ਤੋਂ ਜਨਮ ਨਹੀਂ ਲੈਂਦਾ, ਤੇਰੇ ਲਈ ਸੁਰਗ ਦਾ ਰਾਜ ਬੰਦ ਹੈ। ਉੱਥੇ ਜਾਣ ਦੇ ਲਈ ਪਾਣੀ ਦਾ ਬਪਤਿਸਮਾ ਅਤੇ ਆਤਮਾ ਦੀ ਬਖਸ਼ਿਸ਼, ਆਤਮਾ ਦਾ ਬਪਤਿਸਮਾ, ਪਵਿੱਤਰ ਆਤਮਾ ਦਾ ਹੋਲੀ ਗੋਸ਼ਟ ਦਾ ਬਪਤਿਸਮਾ ਜਦ ਤੱਕ ਤੈਨੂੰ ਨਹੀਂ ਮਿਲਦਾ, ਤੂੰ ਉਸ ਸੁਰਗ ਰਾਜ ਦੇ ਵਿੱਚ ਨਹੀਂ ਜਾ ਸਕਦਾ। ਅਤੇ ਉਹ ਬਪਤਿਸਮਾ, ਕਿਉਂਕਿ ਖੁਦਾਬੰਦ ਖੁਦਾ ਪਵਿੱਤਰ ਹੈ, ਪਰਮੇਸ਼ਰ ਪਵਿੱਤਰ ਹੈ ਅਤੇ ਉਹ ਸਾਡੇ ਕੋਲੋਂ ਪਵਿੱਤਰਤਾ ਦੀ ਉਮੀਦ ਰੱਖਦਾ ਹੈ। ਸਾਡੇ ਕੋਲ ਚਾਹੁੰਦਾ ਹੈ ਕਿ ਅਸੀਂ ਪਵਿੱਤਰ ਹੋਈਏ, ਕਿਉਂਕਿ ਅਪਵਿੱਤਰ ਪਵਿੱਤਰ ਦੇ ਸਾਹਮਣੇ ਨਹੀਂ ਜਾ ਸਕਦਾ। ਪਵਿੱਤਰਤਾ ਹਾਸਲ ਕਰਨ ਦੇ ਲਈ ਕੇਵਲ ਇੱਕ ਤਰੀਕਾ, ਜਦੋਂ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 2 ਦੀ ਵਰਸ 38 ਪੜ੍ਹਦੇ ਹਾਂ, ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ, ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ, ਕਿਉਂਕਿ ਗੁਨਾਹਾਂ ਤੋਂ ਤੋਬਾ ਕਰਨਾ, ਅੱਗੇ ਤੋਂ ਗੁਨਾਹ ਨਾ ਕਰਨਾ, ਤੇਰੇ ਸਾਰੇ ਦੇ ਸਾਰੇ ਜਿਹੜੇ ਉਹ ਗੁਨਾਹ ਮਾਫ ਹੋ ਗਏ। ਤੂੰ ਯੀਸ਼ੂ ਮਸੀਹ ਦੇ ਨਾਂ ਤੇ ਬਪਤਿਸਮਾ ਲੈ। ਜਦੋਂ ਯੀਸ਼ੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਂਦੇ ਹਾਂ, ਅਸੀਂ ਉਸ ਪਾਪੀ ਸਰੀਰ ਨੂੰ ਜਿਹੜਾ ਕਿ ਆਦਮ ਦੀ ਔਲਾਦ ਸੀ, ਉਸ ਨੂੰ ਪਾਣੀ ਦੀ ਕਬਰ ਵਿੱਚ ਛੱਡਦੇ ਹਾਂ ਅਤੇ ਯੀਸ਼ੂ ਮਸੀਹ ਦੀ ਤਰ੍ਹਾਂ ਅਸੀਂ ਕਬਰ ਵਿੱਚੋਂ ਜ਼ਿੰਦਾ ਹੋ ਜਾਂਦੇ ਹਾਂ। ਸਾਨੂੰ ਰੂਹਾਨੀਅਤ ਪਰਮੇਸ਼ਰ ਦੀ ਬਖਸ਼ਿਸ਼ ਮਿਲਦੀ ਹੈ, ਜਿਹਨੂੰ ਅਸੀਂ ਕਹਿੰਦੇ ਆ ਪਾਕ ਰੂਹ ਦੀ ਬਖਸ਼ਿਸ਼। ਜਦੋਂ ਤੁਸੀਂ ਪਾਕ ਰੂਹ ਹਾਸਲ ਕਰ ਲੈਂਦੇ ਹੋ, ਤੁਹਾਡਾ ਨਾਂ ਪਰਮੇਸ਼ਰ ਦੀ ਬੁੱਕ ਆਫ ਲਾਈਫ ਦੇ ਵਿੱਚ ਲਿਖਿਆ ਜਾਂਦਾ ਹੈ। ਬੁੱਕ ਆਫ ਲਾਈਫ ਦੇ ਵਿੱਚ ਜਾਣ ਦੇ ਲਈ ਤੁਹਾਡੇ ਲਈ ਜ਼ਰੂਰੀ ਹੈ, ਸਾਰਿਆਂ ਲਈ ਜ਼ਰੂਰੀ ਹੈ, ਮੇਰੇ ਲਈ ਜ਼ਰੂਰੀ ਹੈ ਕਿ ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ ਅਤੇ ਯੀਸ਼ੂ ਮਸੀਹ ਦੇ ਨਾਂ ਤੇ ਬਪਤਿਸਮਾ ਲੈ ਅਤੇ ਤੂੰ ਪਰਮੇਸ਼ਰ ਵੱਲੋਂ ਬਖਸ਼ਿਸ਼ ਪਾਏਗਾ, ਜਿਹੜੀ ਕਿ ਪਾਕ ਰੂਹ ਦੀ ਬਖਸ਼ਿਸ਼ ਪਾਏਗਾ। ਆਓ ਹੁਣ ਇਸ ਤੋਂ ਬਾਅਦ ਅਸੀਂ ਅਬਰਾਹਿਮ ਤੋਂ ਬਾਅਦ ਆਇਜ਼ਕ ਦੀ ਕਹਾਣੀ ਪੜ੍ਹੀਏ ਕਿ ਆਇਜ਼ਕ ਦੇ ਵਿੱਚ ਕਿਹੜੀ ਪਵਿੱਤਰਤਾ ਸੀ, ਕਿਉਂਕਿ ਜਿਹੜੀ ਬਖਸ਼ਿਸ਼ ਅਬਰਾਹਿਮ ਨੂੰ ਸੀ ਕਿ ਤੇਰੀ ਸੰਤਾਨ ਜਿਹੜੀ ਕਿ ਸਾਰਾ ਤੋਂ ਪੈਦਾ ਹੋਏਗੀ, ਉਹ ਸੰਤਾਨ ਜਿਹੜੀ ਕਿ ਸਾਰਾ ਤੋਂ ਪੈਦਾ ਹੋਏਗੀ, ਉਸ ਉੱਤੇ तमाम ਬਖਸ਼ਾਂ ਹੋਣਗੀਆਂ, ਉਹਦੇ ਅੰਸ਼ਾਂ ਵਿੱਚ तमाम ਬਖਸ਼ਾਂ ਹੋਣਗੀਆਂ, ਕਿਉਂਕਿ ਆਇਜ਼ਕ ਇੱਕ ਵਿਸ਼ਵਾਸ ਦੀ ਔਲਾਦ ਹੈ। ਅਬਰਾਹਿਮ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਅਤੇ ਜਦੋਂ ਉਹ 100 ਵਰ੍ਹੇ ਦਾ ਸੀ, ਉਸ ਦੀ ਘਰਵਾਲੀ 90 ਵਰ੍ਹਿਆਂ ਦੀ ਸੀ, ਉਦੋਂ ਆਇਜ਼ਕ ਦਾ ਜਨਮ ਹੋਇਆ ਅਤੇ ਆਇਜ਼ਕ ਦੇ ਥਰੂ ਪਰਮੇਸ਼ਰ ਦੀ ਜਿਹੜੀ ਬਲੇਸਿੰਗ ਹੈ ਕਿ ਆਇਜ਼ਕ ਅਤੇ ਉਹਦੀ ਅੰਸ਼ਾਂ ਨੂੰ तमाम ਬਰਕਤਾਂ ਦਿੱਤੀਆਂ ਜਾਣਗੀਆਂ। तमाम ਧਰਤੀ ਦੇ ਲੋਕ ਉਹਨਾਂ ਬਰਕਤਾਂ ਦੇ ਰਾਹੀਂ ਬਖਸ਼ਿਸ਼ ਪਾਣਗੇ। ਇਹ ਆਇਜ਼ਕ ਦੀ ਕਹਾਣੀ ਅਸੀਂ ਪੜ੍ਹਦੇ ਹਾਂ। ਅਸੀਂ ਜਦੋਂ ਮਤੀ ਦਾ 22:23 ਤੋਂ 32 ਤੱਕ ਪੜ੍ਹਦੇ ਹਾਂ, ਯੀਸ਼ੂ ਮਸੀਹ ਨੇ ਅਬਰਾਹਿਮ, ਆਇਜ਼ਕ ਔਰ ਜੈਕਬ ਦੇ ਬਾਰੇ ਦੱਸਿਆ ਕਿ ਪਰਮੇਸ਼ਰ ਕਿਸ ਦਾ ਹੈ। ਪਰਮੇਸ਼ਰ ਜ਼ਿੰਦਾ ਲੋਕਾਂ ਦਾ ਹੈ, ਮੁਰਦਿਆਂ ਦਾ ਪਰਮੇਸ਼ਰ ਨਹੀਂ ਹੈ। ਮੁਰਦੇ ਪਰਮੇਸ਼ਰ ਤੋਂ ਦੂਰ ਹੋ ਚੁੱਕੇ ਹਨ। ਉਸਨੇ ਜਦੋਂ ਪਰਮੇਸ਼ਰ ਦਾ ਜ਼ਿਕਰ ਕੀਤਾ ਕਿ ਮੈਂ ਅਬਰਾਹਿਮ, ਆਇਜ਼ਕ ਅਤੇ ਜੈਕਬ ਦਾ ਪਰਮੇਸ਼ਰ ਹਾਂ, ਜਦੋਂ ਕੂਸ਼ ਦੀ ਪੋਥੀ 3:6 ਪੜ੍ਹਦੇ ਹਾਂ, ਪਰਮੇਸ਼ਰ ਨੇ ਕਿਹਾ ਕਿ ਮੈਂ ਅਬਰਾਹਿਮ, ਆਇਜ਼ਕ ਅਤੇ ਜੈਕਬ ਦਾ ਪਰਮੇਸ਼ਰ ਹਾਂ। ਉਸ ਤੋਂ ਇਲਾਵਾ ਕਿਉਂਕਿ ਮੁਰਦਿਆਂ ਦੇ ਲਈ ਪਰਮੇਸ਼ਰ ਨੂੰ ਮਿਲਣ ਦਾ ਕੋਈ ਤਰੀਕਾ ਨਹੀਂ, ਉਹ ਸਿਰਫ ਜ਼ਿੰਦਾ ਲੋਕਾਂ ਦਾ ਪਰਮੇਸ਼ਰ ਹੈ। ਇਸ ਤਰ੍ਹਾਂ ਦੇਖਦੇ ਹਾਂ ਕਿ ਅਬਰਾਹਿਮ ਦੇ ਔਲਾਦ ਜਿਹੜੀ ਆਇਜ਼ਕ ਹੋਈ, ਉਸ ਦੀ ਦੂਜੀ ਔਲਾਦ ਜਿਹੜੀ ਇਸ਼ਮਾਇਲ ਸੀ। ਇਸ਼ਮਾਇਲ ਕਿਉਂਕਿ ਇੱਕ ਗੋਲੀ ਦੇ ਪੇਟੋਂ ਪੈਦਾ ਹੋਇਆ ਸੀ, ਇੱਕ ਸਰਵੈਂਟ ਔਰਤ ਦੇ ਪੇਟੋਂ ਪੈਦਾ ਹੋਇਆ ਸੀ, ਔਰ ਸਰਵੈਂਟ ਦਾ
ਘਰ ਦੇ ਵਿੱਚ ਕੋਈ ਅਧਿਕਾਰ ਨਹੀਂ ਹੁੰਦਾ ਅਤੇ ਪਰਮੇਸ਼ਰ ਦੇ ਹੁਕਮ ਦੇ ਨਾਲ ਉਹਨੂੰ ਘਰ ਤੋਂ ਬਾਹਰ ਕੱਢਿਆ ਗਿਆ, ਕਿਉਂਕਿ ਪਰਮੇਸ਼ਰ ਦਾ ਹੁਕਮ ਸੀ ਕਿ ਨੌਕਰਾਣੀ ਦੇ ਪੁੱਤਰ ਨੂੰ ਨੌਕਰਾਣੀ ਸਮੇਤ ਬਾਹਰ ਕੱਢ ਦੇ। ਅਤੇ ਸਾਰਾ ਦੀ ਔਲਾਦ ਆਇਜ਼ਕ ਹੋਇਆ। ਆਇਜ਼ਕ ਤੋਂ ਅੱਗੇ ਸਾਰੀਆਂ ਜਿਹੜੀਆਂ ਬਖਸ਼ਾਂ ਆਈਆਂ, ਪੂਰੀ ਧਰਤੀ ਦੇ ਲੋਕਾਂ ਉੱਤੇ ਜਿਹੜੀਆਂ ਬਖਸ਼ਾਂ ਆਈਆਂ, ਉਹ ਆਇਜ਼ਕ ਦੇ ਥਰੂ ਆਈਆਂ। ਇਸ ਤਰ੍ਹਾਂ ਮੈਂ ਇੱਥੇ ਉਹ ਜਿਹੜੇ ਕਿ ਇਸਲਾਮ ਕਮਿਊਨਿਟੀ ਹੈ ਉਹਨੂੰ ਕ੍ਰਿਸਚੀਅਨਿਟੀ ਤੋਂ ਓਰੀਜਨ ਤੋਂ ਅਬਰਾਹਿਮ ਦੀ ਔਲਾਦ ਹੁੰਦਿਆਂ ਹੋਇਆ ਵੀ ਉਹਨੂੰ ਵੱਖਰਾ ਕੀਤਾ ਜਾਂਦਾ। ਅਸੀਂ ਮਸੀਹੀ ਲੋਕੀ ਅਬਰਾਹਿਮ ਆਇਜ਼ਕ ਦੀ ਗੱਲ ਕਰਦੇ ਹਾਂ, ਜੈਕਬ ਦੀ ਗੱਲ ਕਰਦੇ ਹਾਂ। ਜੈਕਬ ਤੋਂ ਬਾਅਦ ਜੈਕਬ ਦੇ 12 ਪੁੱਤਰ ਹੋਏ, 12 ਸ਼ਹਿਜ਼ਾਦੇ ਹੋਏ। ਉਹਨਾਂ ਦੇ ਵਿੱਚੋਂ ਇੱਕ ਯਹੂਦਾ ਸੀ, ਕਿਉਂਕਿ ਪਰਮੇਸ਼ਰ ਦਾ ਵਚਨ ਸੀ ਕਿ ਮਸੀਹਾ ਯਹੂਦਾ ਵਿੱਚੋਂ ਆਏਗਾ। ਯਹੂਦਾ ਦੀ ਅੰਸ਼ ਦੇ ਵਿੱਚੋਂ ਜਿਹੜਾ ਮਸੀਹ ਆਏਗਾ। ਅਸੀਂ ਦੇਖਦੇ ਹਾਂ ਜਦੋਂ ਉਤਪਤੀ ਦੀ ਪੋਥੀ 17 ਦਾ 19 ਪੜ੍ਹਦੇ ਹਾਂ, ਤੇਰੀ ਪਤਨੀ, ਪਰਮੇਸ਼ਰ ਨੇ ਅਬਰਾਹਿਮ ਨੂੰ ਕਿਹਾ, ਤੇਰੀ ਪਤਨੀ ਸਾਰਾ ਇੱਕ ਪੁੱਤਰ ਜਣੇਗੀ, ਉਸ ਦਾ ਨਾਂ ਆਇਜ਼ਕ ਰੱਖੀ, ਮੈਂ ਆਪਣਾ ਨੇਮ ਉਸ ਨਾਲ ਬੰਨਾਂਗਾ। ਪਰਮੇਸ਼ਰ ਨੇ ਕਿਹਦੇ ਨਾਲ ਨੇਮ ਬੰਨਣਾ? ਆਇਜ਼ਕ ਦੇ ਨਾਲ, ਜਿਹੜਾ ਕਿ ਇੱਕ ਪਤਨੀ ਦੀ ਔਲਾਦ ਹੈ, ਵਿਸ਼ਵਾਸ ਦੀ ਔਲਾਦ ਹੈ। ਪਰਮੇਸ਼ਰ ਨੇ ਆਇਜ਼ਕ ਦੇ ਨਾਲ ਆਪਣਾ ਨੇਮ ਬੰਨਿਆ ਕਿ ਮੈਂ ਉਸ ਦੇ ਨਾਲ ਆਪਣਾ ਨੇਮ ਬੰਨਾਂਗਾ ਅਤੇ ਉਸ ਦੀਆਂ ਔਲਾਦਾਂ ਦੇ ਨਾਲ ਅੱਗੇ ਨੇਮ ਬੰਨਾਂਗਾ। ਅਸੀਂ ਦੇਖਦੇ ਹਾਂ ਕਿ ਅਬਰਾਹਿਮ ਤੋਂ 2 ਬੇਟੇ ਪੈਦਾ ਹੋਏ, ਇੱਕ ਨੌਕਰਾਣੀ ਦੀ ਔਲਾਦ, ਇੱਕ ਵਾਈਫ ਦੀ ਔਲਾਦ, ਘਰਵਾਲੀ ਦੀ ਔਲਾਦ। ਘਰਵਾਲੀ ਦੀ ਔਲਾਦ ਦਾ ਨਾਂ ਆਇਜ਼ਕ ਅਤੇ ਨੌਕਰਾਣੀ ਦੀ ਔਲਾਦ ਦਾ ਨਾਂ ਇਸ਼ਮਾਇਲ ਸੀ। ਇਸ਼ਮਾਇਲ ਤੋਂ तमाम इस्लाम कम्युनिटी पैदा हुई, आइजक तो तमाम क्रिश्चियन कम्युनिटी पैदा हुई। आइजक ਦੇ 2 ਪੁੱਤਰ ਸਨ, ਇਹਨਾਂ ਵਿੱਚੋਂ ਇੱਕ ਜੈਕਬ, ਇੱਕ ਅਸਾਯੂ। ਜੈਕਬ ਅਤੇ ਅਸਾਯੂ, ਅਸਾਯੂ ਜਿਹੜਾ ਹੈ ਉਹਨੂੰ ਬਖਸ਼ਿਸ਼ ਨਹੀਂ ਮਿਲੀ, ਹਾਲਾਂਕਿ ਉਹ ਵੱਡਾ ਸੀ। ਬਖਸ਼ਿਸ਼ ਜੈਕਬ ਨੂੰ ਮਿਲੀ, ਜਦਕਿ ਜੈਕਬ ਨੇ ਉਹਦੇ ਨਾਲ ਧੋਖਾ ਕੀਤਾ ਸੀ, ਉਹਦੇ ਵੱਡੇ ਹੋਣ ਦਾ ਅਧਿਕਾਰ ਲੈ ਲਿਆ ਸੀ। ਜੈਕਬ ਦਾ ਮਾਇਨਾ ਫਰੇਬੀ ਹੈ, ਜੈਕਬ ਦਾ ਮਾਇਨਾ ਧੋਖੇਬਾਜ਼ ਹੈ। ਪਰਮੇਸ਼ਰ ਨੇ ਇੱਕ ਧੋਖੇਬਾਜ਼ ਨੂੰ ਵੀ ਬਖਸ਼ਿਸ਼ਾਂ ਦਿੱਤੀਆਂ। ਪਰਮੇਸ਼ਰ ਨੇ ਜੈਕਬ ਦੇ 12 ਪੁੱਤਰ ਦਿੱਤੇ, ਜਿਹੜੇ ਕਿ ਸਾਰੇ ਦੇ ਸਾਰੇ ਸ਼ਹਿਜ਼ਾਦੇ ਕਹਿਲਾਉਂਦੇ ਹਨ, ਅਤੇ ਉਹਨਾਂ ਵਿੱਚੋਂ ਇੱਕ ਯਹੂਦਾ, ਜਿਸ ਤੋਂ ਮਸੀਹੀਅਤ, ਜਿਸ ਤੋਂ ਯੀਸ਼ੂ ਮਸੀਹ ਨੇ ਆਣਾ ਸੀ, ਉਹਨਾਂ ਦੇ ਵਿੱਚੋਂ ਮਸੀਹ ਯੀਸ਼ੂ ਦਾ ਜਨਮ ਹੋਇਆ। ਯਹੂਦਾ ਵਿੱਚੋਂ, ਜਿਹਨੂੰ ਕਿ ਯਹੂਦੀ ਕਹਿੰਦੇ ਆ, ਜਿਊਜ਼ ਜਿਹਨੂੰ ਕਹਿੰਦੇ ਆ, ਜਿਊਜ਼ ਦੇ ਵਿੱਚੋਂ ਯੀਸ਼ੂ ਮਸੀਹ ਦਾ ਜਨਮ ਹੋਇਆ। ਔਰ ਅੱਜ ਵੀ ਅਬਰਾਹਿਮ ਦੀ ਮਜ਼ਾਰ, ਉਸ ਦੇ ਉੱਤੇ ਅੱਜ ਵੀ ਅਰਬ ਵਾਲੇ ਜਿਹੜੇ ਕਿ ਇਸ਼ਮਾਇਲ ਦੀ ਔਲਾਦ ਹਨ, ਅਰਬ ਵਾਲੇ ਇਸ਼ਮਾਇਲ ਦੀ ਔਲਾਦ ਹਨ, ਅਤੇ ਜਿਊਜ਼ ਜਿਹੜੇ ਕਿ ਆਇਜ਼ਕ ਦੀ ਔਲਾਦ ਹਨ, ਇਹਨਾਂ ਦਾ ਆਪਸ ਵਿੱਚ ਹੀ ਉਸ ਮਜ਼ਾਰ ਦੇ ਉੱਤੇ ਅੱਜ ਵੀ ਝਗੜਾ ਹੈ। ਉਹ ਦੋਨੇ ਆਪਣਾ ਆਪਣਾ ਹੱਕ ਜਮਾਉਣ ਦੀ ਕੋਸ਼ਿਸ਼ ਤੇ ਲੱਗੇ ਹੋਏ ਹਨ, ਪਰ ਉਸ ਦੇ ਵਿੱਚ ਇਹ ਹੱਕ ਕੇਵਲ ਪਤਨੀ ਦੀ ਔਲਾਦ ਨੂੰ, ਆਇਜ਼ਕ ਜਿਹਨੂੰ ਕਹਿੰਦੇ ਆ, ਉਸ ਤੋਂ ਜਿਹੜੀਆਂ ਔਲਾਦਾਂ ਵਿਸ਼ਵਾਸ ਦੀਆਂ ਔਲਾਦਾਂ, ਉਸ ਤੋਂ ਵਿਸ਼ਵਾਸ ਦੇ ਪੁੱਤਰ, ਜਿਵੇਂ ਅਸੀਂ ਸਾਰੇ ਵਿਸ਼ਵਾਸ ਦੇ ਪੁੱਤਰ ਹਾਂ, ਉਹ ਉਸ ਦੇ ਹੱਕਦਾਰ ਹਨ। ਇਸ ਤੋਂ ਅੱਗੇ ਦੇਖਦੇ ਹਾਂ ਕਿ ਜਦੋਂ ਆਇਜ਼ਕ 40 ਵਰ੍ਹਿਆਂ ਦਾ ਸੀ, ਉਤਪਤੀ ਦੀ ਪੋਥੀ 25 ਦਾ 20 ਪੜ੍ਹਦੇ ਹਾਂ ਕਿ ਜਦੋਂ ਆਇਜ਼ਕ 40 ਵਰ੍ਹਿਆਂ ਦਾ ਸੀ, ਉਹਦੀ ਸ਼ਾਦੀ ਰੈਬਕਾ ਦੇ ਨਾਲ ਹੋਈ। ਉਹਦੀ ਰੈਬਕਾ ਦੇ ਨਾਲ ਸ਼ਾਦੀ ਹੋਈ। ਅਤੇ ਹੁਣ ਦੇਖੀਏ ਕਿ ਅਬਰਾਹਿਮ ਔਰ ਆਇਜ਼ਕ ਦੇ ਵਿੱਚ, ਦੋਨਾਂ ਦੀ ਲਾਈਫ ਦੇ ਵਿੱਚ ਕੁਝ ਸਾਂਝਾਪਨ ਹੈ। ਉਹ ਸਾਂਝਾਪਨ ਇੱਕ ਦੂਸਰੀ ਜਿਹੜੀ ਇਮੇਜ ਅਬਰਾਹਿਮ ਦੀ ਔਰ ਆਇਜ਼ਕ ਦੀ ਦਿਖਾਉਂਦਾ, ਉਹ ਸਾਂਝਾਪਨ ਕੀ ਹੈ ਕਿ ਜਦੋਂ ਅਬਰਾਹਿਮ, ਜਿਹੜਾ ਕਿ ਅਸੀਂ ਅਧਿਆਇ 12 ਵਿੱਚ ਪੜ੍ਹਦੇ ਹਾਂ ਕਿ ਅਬਰਾਹਿਮ ਦੇ ਸਮੇਂ ਉੱਥੇ ਕਾਲ ਪੈ ਗਿਆ ਅਤੇ ਅਬਰਾਹਿਮ ਮਿਸਰ ਨੂੰ ਚਲਾ ਗਿਆ। ਅਬਰਾਹਿਮ ਮਿਸਰ ਨੂੰ ਚਲਾ ਗਿਆ। ਇਸੇ ਤਰ੍ਹਾਂ ਜਦੋਂ ਅਸੀਂ ਆਇਜ਼ਕ ਦੇ ਸਮੇਂ ਜਿਹੜਾ ਅਸੀਂ 26 ਦੀ ਪਹਿਲੀ ਵਰਸ ਵਿੱਚ ਦੇਖਦੇ ਹਾਂ, ਉਤਪਤੀ ਦੀ ਪੋਥੀ 26 ਦੀ ਪਹਿਲੀ ਵਰਸ, ਕਿ ਆਇਜ਼ਕ ਦੇ ਸਮੇਂ 20 ਕਾਲ ਪਿਆ ਅਤੇ ਆਇਜ਼ਕ ਜਿਹੜਾ ਆਪਣਾ ਦੇਸ਼ ਛੱਡ ਕੇ ਉਹ ਕਿੱਥੇ ਗਿਆ? ਅਬੀਮੈਲਕ ਦੇ ਕੋਲ ਗਿਆ, ਜਿਹੜਾ ਕਿ ਫਲਸਤੀਨੀ ਸੀ।
ਉਹ ਫਲਸਤੀਨ ਦੇ ਵਿੱਚ ਗਿਆ। ਉਸ ਤੋਂ ਬਾਅਦ ਦੀ ਘਟਨਾ ਉਹੋ ਜਿਹੀ ਹੈ ਜਿਹੜੀ ਕਿ ਅਬਰਾਹਿਮ ਦੀ ਲਾਈਫ ਵਿੱਚ ਵੀ ਵਾਪਰੀ ਅਤੇ ਆਇਜ਼ਕ ਦੀ ਲਾਈਫ ਵਿੱਚ ਵੀ ਵਾਪਰੀ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ 26:2 ਦੀ ਪੜੋ, ਤਦ ਯਹੋਵਾ ਨੇ ਉਸ ਨੂੰ ਦਰਸ਼ਨ ਦੇ ਕੇ ਆਖਿਆ, ਮਿਸਰ ਨੂੰ ਨਾ ਉਤਰੀ। ਆਇਜ਼ਕ ਨੂੰ ਮਿਸਰ ਵਿੱਚ ਜਾਣ ਦੇ ਲਈ ਯਹੋਵਾ ਪਰਮੇਸ਼ਰ ਨੇ ਮਨਾ ਕੀਤਾ ਕਿ ਤੂੰ ਮਿਸਰ ਵਿੱਚ ਨਾ ਜਾਈਂ, ਜਦਕਿ ਅਬਰਾਹਿਮ ਅਕਾਲ ਦੇ ਸਮੇਂ ਮਿਸਰ ਵਿੱਚ ਗਿਆ ਸੀ। ਪਰ ਉਸ ਨੂੰ ਉਹ ਦੇਸ਼ ਗੇਰਾਰ, ਉਸ ਦੇ ਵਿੱਚ ਜਿਹੜਾ ਕਿ ਤੈਨੂੰ ਦੱਸਾਂਗਾ, ਗੇਰਾਰ ਦੇਸ਼ ਪਰਮੇਸ਼ਰ ਨੇ ਉਹਨੂੰ ਦੱਸਿਆ ਕਿ ਤੂੰ ਗੇਰਾਰ ਵਿੱਚ ਜਾ, ਫਲਸਤੀਨ ਵਿੱਚ ਜਾ, ਮੈਂ ਤੇਰੇ ਅੰਗ ਸੰਗ ਹੋਵਾਂਗਾ। ਪਰਮੇਸ਼ਰ ਦਾ ਵਾਅਦਾ ਕਿ ਮੈਂ ਤੇਰੇ ਅੰਗ ਸੰਗ ਹੋਵਾਂਗਾ, ਮੈਂ ਸਦਾ ਤੇਰੀ ਪ੍ਰੋਟੈਕਸ਼ਨ ਕਰਾਂਗਾ, ਤੈਨੂੰ ਬਰਕਤਾਂ ਦਿਆਂਗਾ, ਮੈਂ ਤੈਨੂੰ ਅਤੇ ਤੇਰੀ ਅੰਸ਼ ਨੂੰ ਇਹ ਸਾਰੇ ਦੇਸ਼ ਦਿਆਂਗਾ, ਤੈਨੂੰ ਅਤੇ ਤੇਰੀ ਅੰਸ਼ ਨੂੰ ਇਹ ਸਾਰੇ ਦੇਸ਼ ਦਿਆਂਗਾ। ਮੈਂ ਉਸ ਸਹੁੰ ਨੂੰ ਜਿਹੜੀ ਤੇਰੇ ਪਿਤਾ ਅੱਗੇ ਖਾਧੀ ਸੀ, ਪਰਮੇਸ਼ਰ ਨੇ ਅਬਰਾਹਿਮ ਦੇ ਅੱਗੇ ਸਹੁੰ ਖਾਧੀ ਸੀ ਕਿ ਤੇਰੀ ਔਲਾਦ ਦੇ ਥਰੂ ਬਖਸ਼ਾਂ ਪੂਰੀ ਧਰਤੀ ਦੇ ਲੋਕਾਂ ਨੂੰ ਮਿਲਣਗੀਆਂ, ਕਿ ਉਹ ਜਿਹੜੀ ਤੇਰੇ ਬਾਪ ਦੇ ਅੱਗੇ ਮੈਂ ਸਹੁੰ ਖਾਂਦੀ ਸੀ, ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਵਾਂਗੂ ਵਧਾਵਾਂਗਾ, ਆਕਾਸ਼ ਦੇ ਤਾਰਿਆਂ ਵਾਂਗੂ ਵਧਾਵਾਂਗਾ, ਅਤੇ ਮੈਂ ਤੇਰੀ ਅੰਸ਼ ਨੂੰ ਇਹ ਸਾਰੇ ਦੇਸ਼ ਦਿਆਂਗਾ, ਅਤੇ ਤੇਰੀ ਅੰਸ਼ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਦਿਆਂਗਾ। ਕਿਉਂ? ਕਿਉਂਕਿ ਅਬਰਾਹਿਮ ਉਹਦਾ ਇੱਕ ਵਿਸ਼ਵਾਸ ਵਾਲਾ, ਇੱਕ ਪਰਮੇਸ਼ਰ ਦਾ ਫਰੈਂਡ, ਇੱਕ ਪਰਮੇਸ਼ਰ ਦਾ ਚਹੇਤਾ ਸੀ। ਇਸ ਕਰਕੇ ਅਬਰਾਹਿਮ ਦੀ ਔਲਾਦ ਨੂੰ ਉਹਨਾਂ ਬਰਕਤਾਂ ਦਾ ਵਾਅਦਾ ਸੀ ਕਿ ਖੁਦਾਬੰਦ ਖੁਦਾ ਨੇ ਉਹਦੀ ਜਿਹੜਾ ਆਇਜ਼ਕ ਜਾਂ ਅਬਰਾਹਿਮ, ਕਿਆ ਉਹਨਾਂ ਨੂੰ ਪਵਿੱਤਰ ਸਮਝ ਕੇ ਇਹੋ ਕਿਹਾ? ਕਿਆ ਇਹ ਵਾਅਦਾ ਪਵਿੱਤਰਤਾ ਦੇ ਲਈ ਦਿੱਤਾ? ਨਹੀਂ, ਐਸਾ ਨਹੀਂ ਹੈ। ਅਸੀਂ ਇਸ ਨੂੰ ਦੇਖਦੇ ਹਾਂ, ਅਬਰਾਹਿਮ ਨੂੰ ਬਰਕਤਾਂ ਜਿਹੜੀਆਂ ਪਰਮੇਸ਼ਰ ਨੇ ਅਬਰਾਹਿਮ ਨੂੰ ਕਿੰਨੀ ਵਾਰੀ ਬਰਕਤਾਂ ਦਿੱਤੀਆਂ, ਪਰਮੇਸ਼ਰ ਨੇ ਅਬਰਾਹਿਮ ਨਾਲ ਕਿੰਨੇ ਵਾਅਦੇ ਕੀਤੇ, ਕਿੰਨੀ ਵਾਰੀ ਬਖਸ਼ਾ ਦੇਣ ਦੀ ਗੱਲ ਕੀਤੀ। ਜਦੋਂ ਅਸੀਂ ਉਤਪਤੀ ਦੀ ਪੋਥੀ ਅਧਿਆਇ 13 ਦੀ ਵਰਸ 14 ਤੋਂ 17 ਪੜ੍ਹਦੇ ਹਾਂ, 15 ਅਧਿਆਇ ਦੀ ਵਰਸ 1 ਪੜ੍ਹਦੇ ਹਾਂ, 18 ਅਧਿਆਇ ਦੀ ਵਰਸ 21 ਪੜ੍ਹਦੇ ਹਾਂ, 17 ਅਧਿਆਇ ਦੀ ਵਰਸ 1 ਤੋਂ 7 ਪੜ੍ਹਦੇ ਹਾਂ, 21 ਅਧਿਆਇ ਦੀ ਵਰਸ 12 ਪੜ੍ਹਦੇ ਹਾਂ, 22 ਅਧਿਆਇ ਦੀ ਵਰਸ 17 ਤੋਂ 18 ਤੱਕ ਪੜ੍ਹਦੇ ਹਾਂ। ਇਹ ਉਹ ਮੌਕੇ ਹਨ ਜਦੋਂ ਕਿ ਪਰਮੇਸ਼ਰ ਨੇ ਅਬਰਾਹਿਮ ਨੂੰ ਬਰਕਤਾਂ ਦਾ ਵਾਅਦਾ ਕੀਤਾ। ਇਹ 6 ਇੰਸਟੈਂਸਸ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਨੇ ਉਹਦੀ ਅੰਸ਼ਾਂ ਦੇ ਲਈ ਉਹ तमाम ਬਰਕਤਾਂ ਦਾ ਵਾਅਦਾ ਕੀਤਾ, ਜਿਹੜਾ ਕਿ ਅੱਜ ਤੁਸੀਂ ਦੇਖਦੇ ਹੋ ਕਿ ਉਸ ਦੇ ਅੰਸ਼ ਪੂਰੀ ਧਰਤੀ ਉੱਤੇ ਫੈਲੇ ਹੋਏ ਹਨ, ਅਤੇ ਕੋਈ 60-65% ਆਬਾਦੀ ਅਬਰਾਹਿਮ ਦੀ ਔਲਾਦ ਦੀ ਹੈ। ਅਸੀਂ ਜਦੋਂ ਦੇਖਦੇ ਹਾਂ ਕਿ ਅਬਰਾਹਿਮ ਦੇ ਪਾਪ ਦਾ ਦੁਹਰਾਇਆ ਜਾਣਾ, ਅਬਰਾਹਿਮ ਦੇ ਪਾਪ ਦਾ ਦੁਹਰਾਇਆ ਜਾਣਾ, ਅਸੀਂ ਦੇਖਦੇ ਕਿ ਅਬਰਾਹਿਮ ਦੀ ਲਾਈਫ ਦੇ ਵਿੱਚ ਜਦੋਂ ਅਬਰਾਹਿਮ ਮਿਸਰ ਵਿੱਚ ਗਿਆ, ਕਿਉਂਕਿ ਸਾਰਾ ਬਹੁਤ ਸੁੰਦਰ ਔਰਤ ਸੀ, ਸਾਰਾ ਇੱਕ ਬਹੁਤ ਸੁੰਦਰ ਔਰਤ ਸੀ, ਉਹ ਆਪਣੇ ਬੁਢਾਪੇ ਵਿੱਚ ਵੀ ਇੰਨੀ ਸੁੰਦਰ ਸੀ ਕਿ ਉਸ ਮਿਸਰ ਦੇ ਵਿੱਚ ਉਹਦੇ ਵਰਗੀ ਖੂਬਸੂਰਤ ਜਨਾਨੀ ਨਹੀਂ ਸੀ। ਔਰ ਜਦੋਂ ਉਹ ਮਿਸਰ ਦੇ ਵਿੱਚ ਗਿਆ, ਉਹਦੇ ਸੁਹੱਪਣ ਕਰਕੇ ਲੋਕਾਂ ਨੇ ਰਾਜੇ ਨੂੰ ਖਬਰ ਦਿੱਤੀ, ਰਾਜੇ ਨੂੰ ਅਬਰਾਹਿਮ ਦੇ ਸੁਹੱਪਣ ਬਾਰੇ ਖਬਰ ਦਿੱਤੀ, ਅਤੇ ਅਬਰਾਹਿਮ ਨੂੰ ਇਹ ਡਰ ਸੀ ਕਿ ਮੇਰੀ ਪਤਨੀ ਸਾਰਾ ਇੰਨੀ ਸੋਹਣੀ ਹੈ ਕਿ ਜੇਕਰ ਇਹਨਾਂ ਨੂੰ ਰਾਜੇ ਨੂੰ ਪਤਾ ਲੱਗ ਗਿਆ ਕਿ ਉਹ ਮੇਰੀ ਵਾਈਫ ਹੈ, ਉਹਨੂੰ ਮੇਰੇ ਤੋਂ ਛੁਡਾਉਣ ਲਈ ਮੇਰੀ ਹੱਤਿਆ ਕੀਤੀ ਜਾਏਗੀ, ਕਿ ਮੇਰੀ ਵਾਈਫ ਨੂੰ ਮੇਰੇ ਤੋਂ ਜਿਹੜਾ ਅਲੱਗ ਕਰਨ ਦੇ ਲਈ, ਉਹਨੂੰ ਇੰਡੀਪੈਂਡੈਂਟ ਕਰਨ ਦੇ ਲਈ, ਉਹਨੂੰ ਆਪਣੇ ਰਾਜ ਦਰਬਾਰ ਦੇ ਵਿੱਚ ਰੱਖਣ ਦੇ ਲਈ ਮੇਰੀ ਜ਼ਰੂਰ ਹੱਤਿਆ ਕੀਤੀ ਜਾਏਗੀ। ਅਤੇ ਉਸਨੇ ਸਾਰਾ ਨੂੰ ਕਿਹਾ ਕਿ ਤੂੰ ਦੱਸੀ ਕਿ ਮੈਂ ਤੇਰਾ ਭਰਾ ਹਾਂ, ਕਿ ਤੂੰ ਦੱਸੀ ਕਿ ਮੈਂ ਤੇਰਾ ਭਰਾ ਹਾਂ। ਹੁਣ ਤੁਸੀਂ ਅਬਰਾਹਿਮ ਦੀ ਕਮਜ਼ੋਰੀ ਦੇਖੋ ਕਿ ਉਹ ਸ਼ਖਸ ਜਿਹੜਾ ਕਿ ਆਪਣੀ ਘਰਵਾਲੀ ਦੀ ਇੱਜ਼ਤ ਦਾਅ ਤੇ ਲਗਾ ਦਿੰਦਾ, ਕੇਵਲ ਆਪਣੀ ਆਪ ਨੂੰ
ਆਪਣੇ ਆਪ ਨੂੰ ਬਚਾਉਣ ਦੇ ਲਈ ਕਿੰਨੀ ਕਮਜ਼ੋਰੀ, ਕਿੰਨਾ ਡਰਾਕਣ ਹੋ ਸਕਦਾ। ਇਸ ਤੋਂ ਬਾਅਦ ਜਿਹੜਾ ਕਿ ਜਦੋਂ ਆਇਜ਼ਕ ਜਿਹੜਾ ਆ ਫਿਲਿਸਤੀਨ ਵਿੱਚ ਗਿਆ, ਉਸਨੇ ਇਸੇ ਇੰਸੀਡੈਂਸ ਨੂੰ ਉਹਨੇ ਦੁਹਰਾਇਆ। ਉਸ ਤੋਂ ਪਹਿਲਾਂ ਜਿਹੜਾ ਅਬਰਾਹਿਮ ਜਦੋਂ ਫਿਲਿਸਤੀਨ ਵਿੱਚ ਗਿਆ, ਉਹਨੇ ਉੱਥੇ ਵੀ ਇਹੋ ਹੀ ਤਰੀਕੇ ਨੂੰ ਵਰਤਿਆ। ਇਹ ਦੋ ਇੰਸਟੈਂਸਸ ਅਬਰਾਹਿਮ ਦੀ ਲਾਈਫ ਦੇ ਵਿੱਚ, ਜਦੋਂ ਕਿ ਉਹਨੇ ਆਪਣੀ ਘਰਵਾਲੀ ਦੀ ਇੱਜ਼ਤ ਦਾਅ ਤੇ ਲਗਾ ਦਿੱਤੀ। ਘਰਵਾਲੀ ਨੂੰ ਰਾਜੇ ਦੇ ਮਹਿਲ ਵਿੱਚ ਲਿਜਾਇਆ ਗਿਆ ਔਰ ਉਹ ਉਸ ਦਾ ਭਰਾ ਬਣ ਕੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਆਪਣੇ ਘਰ ਵਿੱਚ ਸੁਰੱਖਿਅਤ ਸਮਝਦਾ ਸੀ। ਕਿ ਅਬਰਾਹਿਮ ਇੱਕ ਰਾਈਚਸ ਹੋ ਸਕਦਾ ਹੈ? ਕਿ ਅਬਰਾਹਿਮ ਦੇ ਵਾਸਤੇ ਜੇ ਪਰਮੇਸ਼ਰ ਰਾਈਚਸ ਲੋਕਾਂ ਦੀ, ਪਵਿੱਤਰ ਲੋਕਾਂ ਦੀ ਚੁਣਾਵਟ ਕਰਦਾ, ਤਾਂ ਅਬਰਾਹਿਮ ਦਾ ਚੁਣਾ ਜਾਣਾ ਕੋਈ ਉਹਦੇ ਲਈ ਕੋਈ ਗੁੰਜਾਇਸ਼ ਨਹੀਂ, ਉਹਨੂੰ ਨਹੀਂ ਸੀ ਚੁਣਿਆ ਜਾ ਸਕਦਾ। ਉਸ ਤੋਂ ਬਾਅਦ ਆਇਜ਼ਕ ਨੇ ਜਦੋਂ ਫਿਲਿਸਤੀਨ ਵਿੱਚ ਕੀਤਾ ਗਿਆ, ਉਸਨੇ ਵੀ ਰੇਬਕਾ ਨੂੰ ਉੱਥੇ ਜਾ ਕੇ, ਕਿਉਂਕਿ ਸਾਰਾ ਦੀ ਤਰ੍ਹਾਂ ਰੇਬਕਾ ਵੀ ਬਹੁਤ ਸੁੰਦਰ ਸੀ। ਰੇਬਕਾ ਜਿਹੜੀ ਸੀ ਉਹ ਸਾਰਾ ਦੇ ਭਾਈ ਦੀ ਲੜਕੀ ਸੀ, ਉਹ ਵੀ ਬਹੁਤ ਸੁੰਦਰ ਸੀ ਔਰ ਉਹਦੀ ਸੁੰਦਰਤਾ ਦੇ ਉਸੇ ਤਰ੍ਹਾਂ ਜਿਹੜਾ ਆਇਜ਼ਕ ਹੈ ਅਬਰਾਹਿਮ ਦੀ ਤਰ੍ਹਾਂ ਉਹਨੇ ਡਰ ਕੇ ਉਹਨੇ ਵੀ ਰੇਬਕਾ ਨੂੰ ਇਹੀ ਕਿਹਾ ਕਿ ਤੂੰ ਦੱਸੀ ਕਿ ਮੈਂ ਤੇਰਾ ਭਰਾ ਹਾਂ। ਇਹ ਦੋਨੋਂ ਬਾਪ ਬੇਟਾ, ਕੀ ਇਹਨਾਂ ਦੀ ਚੁਣਾਵਟ ਦਾ ਤੁਹਾਨੂੰ ਕੋਈ ਸਕੋਪ ਨਜ਼ਰ ਆਉਂਦਾ? ਜੇਕਰ ਪਰਮੇਸ਼ਰ ਪਵਿੱਤਰਤਾ ਨੂੰ ਚੁਣਦਾ ਹੈ ਔਰ ਪਰਮੇਸ਼ਰ ਨੇ ਇਹਨਾਂ ਨੂੰ ਸਿਰਫ ਚੁਣਿਆ ਹੀ ਨਹੀਂ, ਇਹਨਾਂ ਦੇ ਥਰੂ, ਇਹਨਾਂ ਦੇ ਜ਼ਰੀਏ, ਇਹਨਾਂ ਦੇ ਮਾਧਿਅਮ ਚ ਪੂਰੀ ਧਰਤੀ ਦੇ ਲੋਕਾਂ ਨੂੰ ਬਖਸ਼ਿਆ ਦਿੱਤੀ ਹੈ। ਕਿਉਂਕਿ ਪਰਮੇਸ਼ਰ ਮਰਜ਼ੀ ਦਾ ਮਾਲਕ ਹੈ, ਉਹ ਰਾਜਿਆਂ ਦਾ ਰਾਜਾ ਹੈ, ਉਹ ਪ੍ਰਭੂਆਂ ਦਾ ਪ੍ਰਭੂ ਹੈ। ਉਸ ਦੀ ਮਰਜ਼ੀ ਨੂੰ ਕੋਈ ਰੋਕ ਨਹੀਂ ਸਕਦਾ। ਉਹ ਮੇਰੇ ਜਿਹੇ ਪਾਪੀਆਂ ਨੂੰ ਚੁਣਦਾ ਹੈ, ਮੇਰੇ ਜਿਹੇ ਪਾਪੀਆਂ ਦੇ ਹਰ ਤਰ੍ਹਾਂ ਦੇ ਪਾਪਾਂ ਨੂੰ ਮਾਫ ਕਰਦਾ ਹੈ, ਕਿਉਂਕਿ ਯੀਸ਼ੂ ਮਸੀਹ ਨੇ ਆਪਣਾ ਪਾਕ ਲਹੂ ਮੇਰੇ ਅਤੇ ਤੁਹਾਡੇ ਪਾਪਾਂ ਦੇ ਲਈ ਸੂਲੀ ਉੱਤੇ ਬਹਾਇਆ ਅਤੇ ਉਸ ਦੇ ਵਿੱਚ ਸੂਲੀ ਉੱਤੋਂ ਮੁਰਦਾ ਹੋਣ ਤੋਂ ਬਾਅਦ ਉਹਨੂੰ ਕਬਰ ਦੇ ਵਿੱਚ ਰੱਖਿਆ ਗਿਆ ਅਤੇ ਉਹ ਮੁਰਦਿਆਂ ਵਿੱਚੋਂ ਤੀਜੇ ਦਿਨ ਜੀ ਉੱਠਿਆ, ਜਿਸ ਨਾਲ ਮੌਤ ਨੂੰ, ਮਨੁੱਖਤਾ ਉੱਤੇ ਮੌਤ ਨੂੰ ਸਦਾ ਦੇ ਲਈ ਡਿਫੀਟ ਦਿੱਤੀ ਉਸਨੇ। ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰੇਗਾ ਉਹ ਮੌਤ ਨੂੰ ਡਿਫੀਟ ਦੇਗਾ, ਜਿਹੜਾ ਉਸ ਉੱਤੇ ਵਿਸ਼ਵਾਸ ਨਹੀਂ ਕਰੇਗਾ ਉਹ ਸਜ਼ਾ ਦਾ ਭਾਗੀਦਾਰ ਹੋਏਗਾ। ਕਿਉਂਕਿ ਆਦਮੀ, ਸਾਰੇ ਦੇ ਸਾਰੇ ਮਨੁੱਖ ਪਰਮੇਸ਼ਰ ਦੀ ਸੂਰਤ ਵਿੱਚ ਹਨ। ਪਰਮੇਸ਼ਰ ਦੀ ਸੂਰਤ ਵਿੱਚ ਹੋਣ ਕਰਕੇ ਉਹ ਕਦੇ ਵੀ ਮਰਨ ਵਾਲੇ ਨਹੀਂ ਹਨ, ਉਹ ਸਦਾ ਦੇ ਲਈ ਹਨ ਅਤੇ ਉਹਨਾਂ ਦਾ ਸਦਾ ਦੇ ਲਈ ਜਿਹੜਾ ਇਸ ਸਰੀਰ ਨੂੰ ਛੱਡ ਜਾਣ ਤੋਂ ਬਾਅਦ ਜਿਹੜੀ ਜਗ੍ਹਾ ਹੈ, ਇੱਕ ਸੁਰਗ ਰਾਜ, ਜਿਹਨੂੰ ਯੀਸ਼ੂ ਦਾ ਘਰ, ਜਿਹਨੂੰ ਪਰਮੇਸ਼ਰ ਦਾ ਘਰ, ਜਿਹਨੂੰ ਬੇਗਮਪੁਰਾ ਕਹਿੰਦੇ ਹਨ, ਅਤੇ ਦੂਜੇ ਪਾਸੇ ਉਹ ਜਗ੍ਹਾ ਜਿੱਥੇ ਇੱਕ ਗੰਧਕ ਦੀ ਭੱਠੀ ਜਲਦੀ ਹੈ ਅਤੇ ਉਸ ਦੇ ਦੂਤਾਂ ਨੇ, ਨਰਕ ਦੇ ਦੂਤਾਂ ਨੇ ਤੁਹਾਨੂੰ ਚੁੱਕ ਕੇ ਉਸ ਭੱਠੀ ਦੇ ਵਿੱਚ ਸੁੱਟ ਦੇਣਾ। ਜਿਵੇਂ ਕਿ ਅਸੀਂ ਇਟਰਨਲ ਲਾਈਫ ਜਿਹੜੀ ਹੈ ਸੁਰਗ ਦੇ ਵਿੱਚ ਪਰਮੇਸ਼ਰ ਦੇ ਰਾਜ ਵਿੱਚ ਕੱਟਣੀ ਹੈ, ਕਿਉਂਕਿ ਅਸੀਂ ਪਰਮੇਸ਼ਰ ਦੀ ਬਖਸ਼ਿਸ਼ ਵਾਲੇ ਹਾਂ। ਸਾਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ। ਤੁਸੀਂ ਹਾਲੇ ਦੇ ਹਾਲੇ ਮੁਰਦੇ ਹੋ ਅਤੇ ਮੁਰਦਿਆਂ ਦੇ ਲਈ ਕੋਈ ਜਗ੍ਹਾ ਨਹੀਂ, ਕੇਵਲ ਉਹਨਾਂ ਨੂੰ ਸਾੜਿਆ ਜਾਣਾ ਹੈ, ਕੇਵਲ ਉਹਨਾਂ ਨੂੰ ਨਰਕ ਦੀ ਭੱਠੀ ਦੇ ਵਿੱਚ ਸੁੱਟਿਆ ਜਾਣਾ ਹੈ। ਤੁਸੀਂ ਆਪਣਾ ਅਗਲਾ ਸਾਹ ਨਰਕ ਦੀ ਭੱਠੀ ਵਿੱਚ ਲੈਣਾ ਹੈ। ਤੁਸੀਂ ਜਿਹੜੇ ਆਪਣੇ ਬਜ਼ੁਰਗਾਂ ਨੂੰ ਸੁਰਗਵਾਸੀ ਦੱਸਦੇ ਹੋ, ਤੁਸੀਂ ਜਿਹੜੇ ਉਹਨਾਂ ਨੂੰ ਦੱਸਦੇ ਹੋ ਕਿ ਜੋਤ ਦੇ ਨਾਲ ਜੋਤ ਮਿਲ ਗਈ, ਕੋਈ ਜੋਤ ਦੇ ਨਾਲ ਜੋਤ ਨਹੀਂ ਮਿਲਣ ਵਾਲੀ, ਕਿਉਂਕਿ ਪਰਮੇਸ਼ਰ ਪਵਿੱਤਰ ਹੈ ਅਤੇ ਅਪਵਿੱਤਰਤਾ ਦਾ ਉਹਦੇ ਸਾਹਮਣੇ ਕੋਈ ਠਿਕਾਣਾ ਨਹੀਂ। ਉਹ ਸੁਰਗ ਦੇ ਭਾਗੀਦਾਰ ਨਹੀਂ ਹਨ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਜਿਹੜਾ ਰਹਿਮ ਦਾ ਰਸਤਾ ਉਹਨੂੰ ਕਬੂਲ ਨਹੀਂ ਕੀਤਾ, ਉਹ ਯਕੀਨਨ ਨਰਕਵਾਸੀ ਹਨ। ਇਸੇ ਤਰ੍ਹਾਂ ਉਹਨਾਂ ਦੀ ਤਰ੍ਹਾਂ ਤੁਸੀਂ ਵੀ ਨਰਕਵਾਸੀ ਹੋ ਜਾਣਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਆਇਜ਼ਕ ਉੱਤੇ ਬਖਸ਼ਿਆ ਕਿ ਕਿਵੇਂ ਆਈਆਂ। ਜਦੋਂ ਅਸੀਂ ਉਤਪਤੀ ਦੀ ਪੋਥੀ 26 ਦਾ 12 ਤੋਂ 14 ਪੜ੍ਹਦੇ ਹਾਂ, ਉਤਪਤੀ ਦੀ ਪੋਥੀ 26 ਦਾ 12 ਤੋਂ 14 ਪੜ੍ਹਦੇ ਹਾਂ ਕਿ ਆਇਜ਼ਕ ਨੇ ਬੀਜ ਬੀਜਿਆ ਔਰ ਧਰਤੀ ਉੱਤੇ ਬੀਜ ਬੀਜਿਆ, ਉਹ 100 ਗੁਣਾ ਫਲ ਲਿਆ। ਕੀ ਤੁਸੀਂ ਸੋਚ ਸਕਦੇ ਹੋ? ਏਡਾ ਵੱਡਾ ਫਲ। ਉਹਦੇ ਨਾਲ ਆਇਜ਼ਕ ਇੱਕ ਬਹੁਤ ਅਮੀਰ ਹੋ ਗਿਆ। ਉਹਦੀ ਜਿਹੜੀ ਉਹਦੇ
ਪਸ਼ੂਆਂ ਦੀ ਗਿਣਤੀ ਵੱਧ ਗਈ, ਉਹਦੀ ਹਰ ਪ੍ਰੋਪਰਟੀ ਜਿਹੜਾ ਉਹਦੇ ਚ ਇਜ਼ਾਫਾ ਹੋ ਗਿਆ, ਉਹ ਇੱਕ ਬਹੁਤ ਵੱਡਾ ਰਿਚ ਆਦਮੀ ਹੋ ਗਿਆ, ਉਹ ਇੱਕ ਬਹੁਤ ਵੱਡਾ ਰਾਜਾ ਦੀ ਤਰ੍ਹਾਂ ਰਿਚ ਆਦਮੀ ਹੋ ਗਿਆ। ਪਰਮੇਸ਼ਰ ਨੇ ਉਹਨੂੰ ਇੰਨੀਆਂ ਬਖਸ਼ਾਂ ਦਿੱਤੀਆਂ। ਉਸ ਦੇ ਉੱਤੇ ਜਿਹੜੇ ਫਲਸਤੀਨੀ ਸੀਗੇ ਉਹ ਉਹਦੇ ਨਾਲ ਖਾਰ ਖਾਣ ਲੱਗੇ, ਕਿਉਂਕਿ ਫਲਸਤੀਨ ਦੇ ਵਿੱਚ ਰਹਿੰਦਾ ਸੀ। ਫਲਸਤੀਨੀ ਉਹਦੇ ਨਾਲ ਖਾਰ ਖਾਣ ਲੱਗ ਗਏ ਔਰ ਉਹਨਾਂ ਨੇ ਉਹਨੂੰ ਜਿਹੜਾ ਉਸ ਦੇਸ਼ ਵਿੱਚੋਂ ਕੱਢਿਆ, ਉਹਨਾਂ ਨੇ ਉਸ ਦੇਸ਼ ਵਿੱਚੋਂ ਕੱਢ ਦਿੱਤਾ। ਅਤੇ ਜਿਹੜੇ ਖੂਹ ਅਬਰਾਹਿਮ ਨੇ ਬਣਾਏ ਸਨ ਆਪਣੇ ਸਮੇਂ ਦੇ, ਆਪਣੇ ਲਾਈਫ ਟਾਈਮ ਦੇ ਵਿੱਚ, ਜਿਹੜੇ ਖੂਹ ਅਬਰਾਹਿਮ ਨੇ ਬਣਾਏ ਸੀ ਉਹਨਾਂ ਨੇ ਉਹਨਾਂ ਨੂੰ ਭਰ ਦਿੱਤਾ, ਮਿੱਟੀ ਪਾ ਦਿੱਤੀ, ਉਹਨਾਂ ਨੂੰ ਬੰਦ ਕਰ ਦਿੱਤਾ। ਆਇਸਕ ਨਵੇਂ ਖੂਹ ਪੱਟਦਾ ਰਿਹਾ ਅਤੇ ਹਰ ਖੂਹ ਦੇ ਉੱਤੇ ਫਲਸਤੀਨੀ ਉਹਦੇ ਨਾਲ ਝਗੜਾ ਕਰਦੇ ਰਹੇ। ਅਤੇ ਇੱਕ ਸਮਾਂ ਆਇਆ ਜੇ ਇੱਕ ਖੂਹ ਨੇ ਉਹ ਪੱਟਿਆ ਜਿਸ ਦੇ ਉੱਤੇ ਝਗੜਾ ਨਹੀਂ ਹੋਇਆ, ਉਸ ਜਗ੍ਹਾ ਉੱਤੇ ਪਰਮੇਸ਼ਰ ਨੇ ਉਹਦੇ ਨਾਲ ਨੇਮ ਬੰਨਿਆ, ਉਸ ਦੇ ਉੱਤੇ ਪਰਮੇਸ਼ਰ ਨੇ ਉਹਦੇ ਨਾਲ ਨੇਮ ਬੰਨਿਆ। ਅਤੇ ਜਦੋਂ ਅਸੀਂ ਦੇਖਦੇ ਹਾਂ ਉਤਪਤੀ ਦੀ ਪੋਥੀ 26 ਦੀ 24 ਵਰਸ ਪੜ੍ਹਦੇ ਹਾਂ, ਉਤਪਤੀ ਦੀ ਪੋਥੀ 26 ਦੀ 24 ਵਰਸ ਪੜ੍ਹਦੇ ਹਾਂ, ਮੈਂ ਤੇਰੇ ਪਿਤਾ ਅਬਰਾਹਿਮ ਦਾ ਪਰਮੇਸ਼ਰ, ਮੈਂ ਤੇਰੇ ਪਿਤਾ ਅਬਰਾਹਿਮ ਦਾ ਪਰਮੇਸ਼ਰ, ਡਰ ਮਤ, ਤੂੰ ਕਿਸੇ ਚੀਜ਼ ਤੋਂ ਨਾ ਡਰ। ਪਰਮੇਸ਼ਰ ਦਾ ਸੁਨੇਹਾ, ਪਰਮੇਸ਼ਰ ਆਪਣੇ ਜਿਹੜਾ ਵਿਸ਼ਵਾਸੀਆਂ ਨੂੰ ਕਹਿੰਦਾ ਡਰ ਮਤ। ਬਾਈਬਲ ਦਾ ਸਭ ਤੋਂ ਵੱਡਾ ਸੁਨੇਹਾ ਡਰ ਮਤ, ਕਿਉਂਕਿ ਮੈਂ ਤੇਰੇ ਨਾਲ ਹਾਂ। ਯੀਸ਼ੂ ਮਸੀਹ ਦਾ ਵਾਅਦਾ ਕੀ ਹੈ ਕਿ ਜਿਹੜੇ ਉਹਦੇ ਬਚਾਏ ਗਏ ਲੋਕੀ ਹੈ, ਜਿਹੜੇ ਉਹਦੇ ਵਿਸ਼ਵਾਸ ਜਿਹੜੇ ਉਹਨਾਂ ਨੇ ਕੀਤਾ, ਉਹਨਾਂ ਦੇ ਉੱਤੇ ਸੁਨੇਹਾ ਆਇਆ ਡਰ ਮਤ। ਯਹੋਵਾ ਨੇ ਆਇਜ਼ਕ ਨੂੰ ਕਿਹਾ ਡਰ ਮਤ, ਮੈਂ ਤੇਰੇ ਨਾਲ ਹਾਂ, ਜਿਹੜਾ ਕਿ ਅੱਜ ਵੀ ਯੀਸ਼ੂ ਮਸੀਹ ਦਾ ਸੁਨੇਹਾ, ਜਿਹੜਾ ਕਿ ਯੀਸ਼ੂ ਮਸੀਹ ਦਾ ਸਾਡੇ ਵਿੱਚ ਵਸਣਾ, ਜਿਹਨੂੰ ਅਸੀਂ ਪਾਕ ਰੂਹ ਕਹਿੰਦੇ ਹਾਂ। ਪਾਕ ਰੂਹ ਜੀਸਸ ਮਸੀਹ ਦੀ ਪਰਮੇਸ਼ਰ ਵਾਲੀ ਰੂਹ ਹੈ ਅਤੇ ਜੀਸਸ ਮਸੀਹ ਦੀ ਉਹ ਰੂਹ ਹੈ ਕਿ ਉਹਨੇ ਇਸ ਧਰਤੀ ਉੱਤੇ ਆਪਣੀ ਮਿਨਿਸਟਰੀ ਕਰਕੇ, ਇਸ ਧਰਤੀ ਉੱਤੇ ਰਹਿ ਕੇ ਉਹਨੇ ਸਾਡੀਆਂ ਟੈਂਪਟੇਸ਼ਨ ਨੂੰ ਪਹਿਚਾਣਿਆ ਅਤੇ ਉਹੀ ਯੀਸ਼ੂ ਮਸੀਹ ਜਿਹੜਾ ਕਿ ਪਰਮੇਸ਼ਰ ਹੈ, ਉਸ ਦਾ ਜਿਹੜਾ ਰੂਹ ਹੈ ਉਹ ਹੋਲੀ ਸਪਿਰਿਟ ਬਣ ਕੇ, ਜਿਹਨੂੰ ਅਸੀਂ ਪਾਕ ਰੂਹ ਕਹਿੰਦੇ ਹਾਂ, ਉਹ ਸਾਡੇ ਵਿੱਚ ਵਸਦਾ ਹੈ। ਇਹ तमाम ਸੰਸਾਰ ਦੇ ਮਸੀਹੀਆਂ ਦੇ ਵਿੱਚ ਪਾਕ ਰੂਹ ਦੀ ਬਖਸ਼ਿਸ਼ ਜਿਹੜੀ ਆ ਉਹ ਯੀਸ਼ੂ ਮਸੀਹ ਸਾਡਾ ਜ਼ਿੰਦਾ ਪਰਮੇਸ਼ਰ ਸਾਡੇ ਵਿੱਚ ਹੈ। ਅਤੇ ਜਿਹੜੇ ਕਿ ਚੁਣਾਵਟ ਤੋਂ ਬਾਹਰ ਹਨ, ਜਿਨ੍ਹਾਂ ਨੇ ਯੀਸ਼ੂ ਮਸੀਹ ਨੂੰ ਕਬੂਲ ਨਹੀਂ ਕੀਤਾ, ਉਹਨਾਂ ਦੇ ਨਾਲ ਪਰਮੇਸ਼ਰ ਦਾ ਕੋਈ ਰਿਸ਼ਤਾ ਨਹੀਂ। ਪਰਮੇਸ਼ਰ ਆਪਣੇ ਬੱਚਿਆਂ ਨੂੰ ਬਚਾਉਂਦਾ ਹੈ। ਪਰਮੇਸ਼ਰ ਆਪਣੇ ਬੱਚਿਆਂ ਨੂੰ ਸੁਰਗ ਵਿੱਚ ਲੈਣ ਵਾਸਤੇ ਆਣਾ ਹੈ, ਉਹਨੇ ਉਹ ਆਪਣੇ ਬੱਚਿਆਂ ਨੂੰ ਸੁਰਗ ਵਿੱਚ ਲੈ ਜਾਏਗਾ ਅਤੇ ਉਸ ਤੋਂ ਜਿਹੜੇ ਦੂਸਰੇ ਹਨ ਉਹ ਨਰਕ ਦੀ ਪੱਕਦੀ ਭੱਠੀ ਦੇ ਵਿੱਚ, ਗੰਧਕ ਦੀ ਭੱਠੀ ਦੇ ਵਿੱਚ ਜਾਣਗੇ। ਮੈਂ ਦੱਸਿਆ ਸੀ ਕਿ ਯਹੋਵਾ ਨੇ ਉਹਨੂੰ ਕਿਹਾ ਡਰ ਮਤ, ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਆਸ਼ੀਸ਼ ਦਿਆਂਗਾ ਅਤੇ ਵਧਾਵਾਂਗਾ, ਤੈਨੂੰ ਆਸ਼ੀਸ਼ ਦਿਆਂਗਾ ਅਤੇ ਤੈਨੂੰ ਮੈਂ ਵਧਾਵਾਂਗਾ, ਕਿਉਂਕਿ ਤੇਰਾ ਪਿਤਾ ਅਬਰਾਹਿਮ ਮੇਰਾ ਵਿਸ਼ਵਾਸੀ ਸੀ, ਮੇਰਾ ਦੋਸਤ ਸੀ, ਖੁਦਾਬੰਦ, ਖੁਦਾ ਦਾ ਦੋਸਤ ਜਿਵੇਂ ਅਬਰਾਹਿਮ ਸੀ, ਇਵੇਂ ਹੀ ਯੀਸ਼ੂ ਮਸੀਹ ਨੇ ਸਾਨੂੰ ਆਪਣੇ ਦੋਸਤ ਕਿਹਾ। ਅਸੀਂ ਸਾਰੇ ਯੀਸ਼ੂ ਮਸੀਹ ਦੇ ਦੋਸਤ ਹਾਂ, ਅਸੀਂ ਯੀਸ਼ੂ ਮਸੀਹ ਦੇ ਛੋਟੇ ਭਾਈ ਭੈਣ ਹਾਂ, ਕਿਉਂਕਿ ਜਦੋਂ ਉਹ ਕਬਰ ਵਿੱਚੋਂ, ਮੁਰਦਿਆਂ ਵਿੱਚੋਂ ਜ਼ਿੰਦਾ ਹੋਇਆ, ਉਹ ਪਹਿਲਾ ਫਰਜ਼ ਸੀ ਅਤੇ ਅਸੀਂ ਉਸ ਨੂੰ ਫੋਲੋ ਕਰਕੇ ਉਹਦੇ ਛੋਟੇ ਭੈਣ ਭਾਈ ਹਾਂ, ਅਸੀਂ ਉਹਦੇ ਰਿਸ਼ਤੇਦਾਰ ਹਾਂ। ਉਹ ਸਾਡਾ ਰਿਸ਼ਤੇਦਾਰ, ਸਾਡਾ ਮਸੀਹ ਜਿਹੜਾ ਕਿ ਸੂਲੀ ਉੱਤੇ ਮਾਰਿਆ ਗਿਆ, ਉਹ ਸਾਡੇ ਬਚਾਉਣ ਦੇ ਲਈ ਉਹਨੇ ਆਪਣਾ ਪਾਕ ਲਹੂ ਸੂਲੀ ਦੇ ਉੱਤੇ ਬਹਾਇਆ ਅਤੇ ਅੱਜ ਉਹ ਸਾਡੇ ਵਿੱਚ ਵਸਦਾ ਹੈ, ਸਾਨੂੰ ਹਰ ਬਖਸ਼ਿਸ਼ ਦਿੰਦਾ ਹੈ। ਅਤੇ ਉਹਦੀਆਂ ਬਖਸ਼ਾਂ ਕੀ ਹਨ ਕਿ ਜਿਹੜਾ ਉਸ ਵਿੱਚ ਯਕੀਨ ਲਿਆਏਗਾ, ਉਹ ਬਿਮਾਰਾਂ ਤੇ ਹੱਥ ਰੱਖੇਗਾ, ਬਿਮਾਰਾਂ ਨੂੰ ਤੰਦਰੁਸਤੀ ਮਿਲੇਗੀ, ਉਹ ਗੈਰ ਜ਼ਬਾਨਾਂ ਬੋਲੇਗਾ, ਉਹ ਮੁਰਦਿਆਂ ਨੂੰ ਛੂਏਗਾ, ਮੁਰਦੇ ਜ਼ਿੰਦਾ ਹੋਣਗੇ, ਉਹ ਜ਼ਹਿਰ ਪੀ ਲੇਗਾ, ਉਹਦੇ ਉੱਤੇ ਉਹਦਾ ਅਸਰ ਨਹੀਂ ਹੋਏਗਾ। ਇਹ ਪਰਮੇਸ਼ਰ ਦੀਆਂ ਬਖਸ਼ਾਂ, ਇਹ ਮੇਰੇ ਖੁਦਾ ਦੀਆਂ ਬਖਸ਼ਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨਾਂ ਬਖਸ਼ਾਂ ਨੂੰ ਅੱਜ ਹੀ ਪਾਓ, ਤੁਸੀਂ ਜ਼ਰੂਰ ਇਹਨਾਂ ਬਖਸ਼ਾਂ ਨੂੰ ਪਾਓ ਤਾਂ ਕਿ ਤੁਸੀਂ ਉਸ ਪਰਮੇਸ਼ਰ ਨੂੰ ਕਬੂਲ ਕਰੋ। ਅਤੇ ਇਸ ਤੋਂ ਬਾਅਦ
ਆਇਜ਼ਕ ਜਿਹੜਾ ਉਹ ਇੰਨਾ ਅਮੀਰ ਹੋ ਗਿਆ, ਆਇਜ਼ਕ ਇੰਨਾ ਅਮੀਰ ਹੋ ਗਿਆ ਕਿ ਅਬੀਮਲਕ ਜਿਹੜਾ ਫਿਲਿਸਤੀਨ ਦਾ ਰਾਜਾ ਸੀ, ਜਿਹੜਾ ਫਿਲਿਸਤੀਨ ਦਾ ਅਧਿਕਾਰੀ ਸੀ, ਉਹ ਉਹਦੇ ਨਾਲ ਦੋਸਤੀ ਚਾਹਣ ਲੱਗਿਆ। ਉਹਨੇ ਦੋਸਤ ਬਣਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਸੋਚੋ ਕਿ ਇੱਕ ਜਿਹਨੂੰ ਇੱਕ ਦੇਸ਼ ਦੇ ਵਿੱਚੋਂ ਕੱਢਿਆ ਗਿਆ ਸੀ, ਉਸ ਤੋਂ ਬਾਅਦ ਉੱਥੇ ਦਾ ਰਾਜਾ ਆਇਜ਼ਕ ਵੱਲ ਦੋਸਤੀ ਦਾ ਹੱਥ ਵਧਾਉਂਦਾ ਹੈ। ਅਤੇ ਜਿਵੇਂ ਮੈਂ ਦੱਸਿਆ ਸੀ ਕਿ ਆਇਜ਼ਕ ਤੋਂ ਜੈਕਬ ਪੈਦਾ ਹੋਇਆ। ਜੈਕਬ ਦਾ ਮਾਇਨਾ ਹੈ ਇੱਕ ਧੋਖੇਬਾਜ਼। ਜੈਕਬ ਇੱਕ ਧੋਖੇਬਾਜ਼ ਸੀ ਜਿਹਨੂੰ ਕਿ ਖੁਦਾ ਨੇ ਚੁਣਿਆ, ਕਿਉਂਕਿ ਉਹ ਅਬਰਾਹਿਮ ਦੀ ਔਲਾਦ ਸੀ। ਕਿਉਂਕਿ ਅਬਰਾਹਿਮ, ਆਇਜ਼ਕ ਔਰ ਜੈਕਬ, ਉਹ ਜੈਕਬ ਨੂੰ ਉਹਨੇ ਇੱਕ ਨਵਾਂ ਨਾਂ ਦਿੱਤਾ। ਕੀ ਨਾਂ ਦਿੱਤਾ? ਕਿ ਉਹਨੂੰ ਇਸਰਾਇਲ ਨਾਂ ਦਿੱਤਾ। ਇਸਰਾਇਲ ਜਿਹਦੇ ਕਰਕੇ ਅੱਜ ਇੱਕ ਇਸਰਾਇਲ ਕੰਟਰੀ ਹੈ। ਇਸਰਾਇਲ ਕੰਟਰੀ ਇਹ ਜੈਕਬ ਨੂੰ ਨਾਂ ਦਿੱਤਾ ਗਿਆ, ਜਿਹਨੂੰ ਤੁਸੀਂ ਅਜ਼ਰਾਇਲ ਕਹਿੰਦੇ ਹੋ, ਜਿਹਨੂੰ ਅਜ਼ਰਾਇਲ ਫਰਿਸ਼ਤਾ ਕਿਹਾ ਜਾਂਦਾ ਹੈ। ਇਹ ਅਜ਼ਰਾਇਲ ਫਰਿਸ਼ਤਾ ਉਹੀ ਪਰਮੇਸ਼ਰ ਹੈ ਜਿਹਨੂੰ ਅਸੀਂ ਯੀਸ਼ੂ ਮਸੀਹ ਕਹਿੰਦੇ ਹਾਂ। ਖੁਦਾ ਦੀਆਂ ਕਿੰਨੀਆਂ ਬਖਸ਼ਾਂ ਹੈ। ਖੁਦਾ ਤੁਹਾਨੂੰ ਆਵਾਜ਼ਾਂ ਮਾਰਦਾ ਹੈ। ਧਰਮਾਂ ਦੇ ਲੋਕ ਤੁਹਾਨੂੰ ਪਵਿੱਤਰਤਾ ਦਾ ਰਸਤਾ ਦੱਸ ਰਹੇ ਹਨ ਕਿ ਤੁਸੀਂ ਅੰਡਾ ਨਾ ਖਾਣਾ, ਤੁਸੀਂ ਮੀਟ ਨਾ ਖਾਣਾ, ਤੁਸੀਂ ਇਹੋ ਜਿਹਾ ਜਿਹੜਾ ਜਨੇਊ ਪਹਿਨ ਲੈਣਾ, ਤੁਸੀਂ ਇਹੋ ਜਿਹਾ ਬਪਤਿਸਮਾ ਲੈ ਲੈਣਾ, ਤੁਸੀਂ ਬਾਬਿਆਂ ਤੋਂ ਨਾਮ ਲੈ ਲੈਣਾ। ਕੋਈ ਰਸਤਾ ਨਹੀਂ। ਖੁਦਾ ਤੁਹਾਨੂੰ ਲੱਭਦਾ ਪਿਆ ਹੈ, ਕਿਉਂਕਿ ਖੁਦਾ ਪਾਪੀਆਂ ਦੀ ਤਲਾਸ਼ ਵਿੱਚ ਹੈ। ਤੁਸੀਂ ਖੁਦਾ ਦੀ ਤਲਾਸ਼ ਵਿੱਚ ਹੋ ਅਤੇ ਤੁਸੀਂ ਖੁਦਾ ਨੂੰ ਨਹੀਂ ਜਾਣਦੇ। ਖੁਦਾ ਤੁਹਾਡੀ ਤਲਾਸ਼ ਵਿੱਚ ਹੈ, ਕਿਉਂਕਿ ਖੁਦਾ ਪਾਪੀਆਂ ਦੀ ਤਲਾਸ਼ ਵਿੱਚ ਹੈ। ਖੁਦਾ ਕੀ ਕਹਿੰਦਾ ਕਿ ਮੈਂ ਤੁਹਾਡੇ ਬੂਹੇ ਤੇ ਨੌਕ ਕਰਦਾ ਹਾਂ। ਯੀਸ਼ੂ ਮਸੀਹ ਨੇ ਕਿਹਾ ਕਿ ਮੈਂ ਤੇਰੇ ਬੂਹੇ ਤੇ ਨੌਕ ਕਰਦਾ ਹਾਂ, ਤੇਰੇ ਦਿਲ ਦੇ ਬੂਹੇ ਤੇ ਨੌਕ ਕਰਦਾ ਹਾਂ। ਜਿਹੜਾ ਆਪਣੇ ਦਿਲ ਦਾ ਬੂਹਾ ਖੋਲੇਗਾ, ਯੀਸ਼ੂ ਮਸੀਹ ਉਸ ਦੇ ਨਾਲ ਭੋਜਨ ਛਕੇਗਾ। ਰਾਜਿਆਂ ਦਾ ਰਾਜਾ ਤੁਹਾਡੇ ਦਿਲ ਦੇ ਦੁਆਰ ਉੱਤੇ ਨੌਕ ਕਰ ਰਿਹਾ ਹੈ। ਤੁਸੀਂ ਉਹਨੂੰ ਅੱਜ ਹੀ ਕਬੂਲ ਕਰੋ। ਉਸਦੀ ਆਵਾਜ਼, ਉਸਦੀ ਉਹੀ ਆਵਾਜ਼, ਹੇ ਥੱਕੇ ਹਾਰੇ ਅਤੇ ਬੋਝ ਹੇਠ ਦੱਬੇ ਹੋਏ ਲੋਕੋ, ਹੇ ਥੱਕੇ ਹਾਰੇ ਅਤੇ ਬੋਝ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਸਾਰੀ ਦੁਨੀਆ ਦੇ ਲੋਕ ਜਿਹੜੇ ਕਿ ਆਦਮ ਦੇ ਖਾਨਦਾਨ ਵਿੱਚੋਂ ਹਨ, ਪੂਰੀ ਦੁਨੀਆ ਦੇ ਲੋਕ ਦੋ ਖਾਨਦਾਨਾਂ ਵਿੱਚ ਵੰਡੇ ਹੋਣ, ਆਦਮ ਦੇ ਅਤੇ ਪਰਮੇਸ਼ਰ ਦੇ, ਹਨੇਰੇ ਦੀ ਔਲਾਦ ਅਤੇ ਚਾਨਣ ਦੀ ਔਲਾਦ, ਨਰਕ ਵਿੱਚ ਜਾਣ ਵਾਲੇ, ਸੁਰਗ ਵਿੱਚ ਜਾਣ ਵਾਲੇ। ਇਹ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਆਪਣੀ ਬਲਦੀਅਤ ਆਦਮ ਤੋਂ ਸ਼ਿਫਟ ਕਰਕੇ ਖੁਦਾ ਵਾਲੇ ਪਾਸੇ ਨੂੰ ਬਣਾਓ। ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਆਦਮ ਦਾ ਪੁੱਤਰ ਨਹੀਂ, ਤੁਸੀਂ ਖੁਦਾ ਦੇ ਪੁੱਤਰ ਬਣੋ। ਔਰ ਖੁਦਾ ਦੇ ਪੁੱਤਰ ਬਣਨ ਦੇ ਲਈ ਕੇਵਲ ਇੱਕ ਤਰੀਕਾ ਕਿ ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ। ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ, ਯੀਸ਼ੂ ਮਸੀਹ ਦੇ ਨਾਮ ਤੇ ਬਪਤਿਸਮਾ ਲੈ, ਤੂੰ ਪਾਕ ਰੂਹ ਦੀ ਬਖਸ਼ਿਸ਼ ਪਾਏਗਾ। ਇਹ ਸੁਨੇਹਾ ਮੇਰਾ ਨਹੀਂ, ਮੈਂ ਇੱਕ ਬੜਾ ਛੋਟਾ ਜਿਹਾ ਇਨਸਾਨ ਹਾਂ। ਇਸ ਮੈਨੂੰ ਸੁਨੇਹਾ ਮੇਰੇ ਪਰਮੇਸ਼ਰ ਦਾ ਹੈ, ਪ੍ਰਭੂ ਯੀਸ਼ੂ ਮਸੀਹ ਦਾ ਸੁਨੇਹਾ ਹੈ। ਅਤੇ ਅੱਜ ਦਾ ਵਚਨ ਤੁਹਾਡੇ ਮਨਾਂ ਨੂੰ ਬਦਲੇ। ਅੱਜ ਦਾ ਵਚਨ ਦੇ ਉੱਤੇ ਪਾਕ ਰੂਹ ਤੁਹਾਡੇ ਘਰਾਂ ਵਿੱਚ ਕੰਮ ਕਰੇ, ਤੁਹਾਡੇ ਮਨਾਂ ਨੂੰ ਬਦਲੇ। ਮੈਂ ਯੀਸ਼ੂ ਮਸੀਹ ਦੇ ਨਾਂ ਤੇ ਤੁਹਾਨੂੰ ਬਲੈਸ ਕਰਦਾ ਹਾਂ। ਖੁਦਾਬੰਦ ਖੁਦਾ ਦੀਆਂ ਬਖਸ਼ਾਂ ਤੁਹਾਡੇ ਘਰਾਂ ਉੱਤੇ ਹੋਣ ਅਤੇ ਤੁਸੀਂ ਅੱਜ ਹੀ ਯੀਸ਼ੂ ਮਸੀਹ ਨੂੰ ਕਬੂਲ ਕਰਕੇ ਆਪਣੇ ਗੁਨਾਹਾਂ ਤੋਂ ਤੋਬਾ ਕਰੋ, ਯੀਸ਼ੂ ਮਸੀਹ ਦੇ ਨਾਂ ਤੇ ਬਪਤਿਸਮਾ ਲਵੋ ਅਤੇ ਸਦਾ ਸਦਾ ਦਾ ਜੀਵਨ ਸੁਰਗ ਵਿੱਚ ਪਾਓ। ਕਿਉਂਕਿ ਯੀਸ਼ੂ ਮਸੀਹ ਦੇ ਨਾਂ ਤੋਂ ਬਪਤਿਸਮਾ ਲੈਣ ਤੋਂ ਬਿਨਾਂ ਤੁਹਾਡੇ ਕੋ ਪਾਕ ਰੂਹ ਦੀ ਬਖਸ਼ਿਸ਼ ਨਹੀਂ ਹੋ ਸਕਦੀ। ਅਤੇ ਪਾਕ ਰੂਹ ਦੀ ਬਖਸ਼ਿਸ਼ ਦਾ ਮਾਇਨਾ ਹੈ ਕਿ ਤੁਹਾਡੇ ਨਾਂ ਸੁਰਗ ਦੀ ਪੋਥੀ ਵਿੱਚ, ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਆਪਣਾ ਨਾਂ ਅੱਜ ਹੀ ਸੁਰਗ ਦੀ ਪੋਥੀ ਵਿੱਚ ਲਿਖਾਓ। ਐਸਾ ਨਾ ਹੋਵੇ ਕਿ ਰਾਤ ਨੂੰ ਤੁਹਾਡਾ ਸਾਹ ਨਿਕਲ ਜਾਏ ਅਤੇ ਸਵੇਰ ਨੂੰ ਤੁਸੀਂ ਗੰਧਕ ਦੀ ਭੱਠੀ ਦੇ ਵਿੱਚ ਵੜਦੇ ਹੋ। ਇਸ ਦੇ ਲਈ ਮੈਂ ਫਿਰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਤੁਹਾਡਾ ਆਖਰੀ ਸਾਹ ਨਹੀਂ ਆ ਜਾਂਦਾ, ਉਦੋਂ ਤੱਕ ਤੁਹਾਡੇ ਕੋਲ ਚਾਂਸ ਹੈ। ਜਦੋਂ ਤੁਹਾਡਾ ਆਖਰੀ ਸਾਹ ਆ ਗਿਆ, ਤੁਸੀਂ ਇਸ ਚੁਆਇਸ ਨੂੰ ਖੁੰਝ ਚੁੱਕੇ ਹੋ। ਤੁਹਾਡੇ ਹੱਥੋਂ ਉਹ ਜਿਹੜਾ ਚੁਆਇਸ ਦਾ ਸਮਾਂ ਨਿਕਲ ਜਾਏਗਾ ਅਤੇ ਤੁਸੀਂ ਅੱਗ ਦੀ ਭੱਠੀ ਦੇ ਵਿੱਚ ਸੁੱਟੇ ਜਾਓਗੇ। ਕਿਉਂਕਿ ਇਸ ਤੋਂ ਬਾਅਦ ਪਰਤਾਵੇ ਦੇ ਨਾਲ ਤੁਹਾਡੇ ਗੁਨਾਹ
ਪਰਮੇਸ਼ਰ ਦੇ ਸਾਹਮਣੇ ਅਤੇ ਤੁਹਾਡੇ ਗੁਨਾਹਾਂ ਨੂੰ ਦੇਖ ਕੇ ਤੁਹਾਡਾ ਭੱਠੀ ਵਿੱਚ ਸੁੱਟਿਆ ਜਾਣਾ। ਕਹਿ ਰਵਿਦਾਸ ਪਇਓ ਜਬ ਲੇਖੋ, ਜੋਈ ਜੋਈ ਕੀਨਿਓ ਸੋਈ ਸੋਈ ਦੇਖਿਓ। ਅਤੇ ਦੂਜੇ ਪਾਸੇ ਉਹ ਰਹਿਮ ਦਾ ਰਸਤਾ, ਉਹ ਰਹਿਮ ਦਾ ਰਸਤਾ ਕਿ ਜਿਸ ਰਾਸਤੇ ਰਾਹੀਂ ਤੁਸੀਂ ਪਰਮੇਸ਼ਰ ਦੀ ਜਿਹੜੀ ਜਜਮੈਂਟ ਆ ਉਹ ਤੋਂ ਬਚ ਕੇ, ਕਿਉਂਕਿ ਮੇਰੀ ਜਜਮੈਂਟ, ਮਸੀਹੀ ਲੋਕਾਂ ਦੀ ਜਜਮੈਂਟ, ਪਰਮੇਸ਼ਰ ਨੇ ਸੂਲੀ ਉੱਤੇ ਆਪਣਾ ਲਹੂ ਵਹਾ ਕੇ ਉਹਨੇ ਉਹਦਾ ਭੁਗਤਾਨ ਕਰ ਦਿੱਤਾ। ਪਰਮੇਸ਼ਰ ਨੇ ਉਹਦਾ ਭੁਗਤਾਨ ਕਰ ਦਿੱਤਾ। ਮੇਰੀ ਹਰ ਹੋ ਬੇਪਤੀ ਜਨ ਕਰ ਸੁਭਾਈ, ਚਰਨ ਨਾ ਛਾੜਿਓ ਸਰੀਰ ਕਰ ਜਾਈ। ਜਦੋਂ ਤੱਕ ਤੁਸੀਂ ਪਰਮੇਸ਼ਰ ਦੇ ਨਾਲ ਉਹੋ ਜਿਹਾ ਰਿਸ਼ਤਾ ਨਹੀਂ ਬਣਾਉਂਦੇ, ਤੁਸੀਂ ਪਰਮੇਸ਼ਰ ਦੇ ਚਰਨਾਂ ਨੂੰ ਆਪਣੇ ਹੰਸੂਆਂ ਨਾਲ ਨਹੀਂ ਧੋਂਦੇ, ਤੁਹਾਡੇ ਕੋਲੇ ਪਰਮੇਸ਼ਰ ਦੀ ਕੋਈ ਬਖਸ਼ਿਸ਼ ਨਹੀਂ। ਉਹ ਬਹੁਤ ਰਹਿਮਤਾਂ ਵਾਲਾ ਹੈ, ਲੇਕਿਨ ਤੁਹਾਡਾ ਪਰਮੇਸ਼ਰ ਦੇ ਪਾਸੇ ਨੂੰ ਮੁੜਨਾ ਜ਼ਰੂਰੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਹੀ ਪ੍ਰਭੂ ਯੀਸ਼ੂ ਮਸੀਹ ਦੇ ਨਾਂ ਦੇ ਉੱਤੇ ਬਪਤਿਸਮਾ ਲਵੋ, ਆਪਣੇ ਗੁਨਾਹਾਂ ਤੋਂ ਤੋਬਾ ਕਰੋ, ਬਪਤਿਸਮਾ ਲਵੋ ਅਤੇ ਪਾਕ ਰੂਹ ਦੀ ਬਖਸ਼ਿਸ਼ ਪਾਓ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਖੁਦਾਬੰਦ ਖੁਦਾ ਤੁਹਾਨੂੰ ਬਹੁਤ ਬਖਸ਼ਿਆ ਜਾਏ। ਮੈਂ ਤੁਹਾਡੇ ਘਰਾਂ ਪਰਿਵਾਰਾਂ ਲਈ ਦੁਆ ਕਰਦਾ ਹੋਇਆ ਤੁਹਾਨੂੰ ਖੁਦਾਬੰਦ ਖੁਦਾ ਦੀਆਂ ਬਖਸ਼ਿਸ਼ਾਂ ਤੁਹਾਡੇ ਘਰ ਪਰਿਵਾਰ ਨੂੰ ਮੈਂ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਂ ਤੇ ਬਲੈਸ ਕਰਦਾ ਹਾਂ। ਆਮੀਨ। ਥੈਂਕ ਯੂ। ਗॉड ब्लेस यू।